ਸਤਿ ਸ਼੍ਰੀ ਅਕਾਲ ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ ਤੇ ਪ੍ਰੋਗਰਾਮ ਖਾਸ ਖਬਰ ਦੇ ਨਾਲ ਹਾਜ਼ਰ ਹਾਂ। ਪਹਿਲੀ ਖਬਰ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਜਿਵੇਂ ਕੱਲ ਦਾ ਇੱਕ ਮੁੱਦਾ ਭਖਿਆ ਪਿਆ ਆ ਤਾਂ ਦੇਸ਼ 'ਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਵੱਡਾ ਹਮਲਾ ਆਇਆ ਹੈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਮੁੜ ਠੇਸ ਪੁੱਜੀ ਹੈ। ਤੇ ਦੂਸਰੀ ਖਬਰ ਹੈ ਕਿ ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜ਼ਿਸ਼ ਤੇ ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ ਹੋ ਚੁੱਕੇ ਨੇ। ਤੇ ਤੀਸਰੀ ਖਬਰ ਹੈ ਕਿ ਅਮਰੀਕੀ ਚੋਣਾਂ ਦੇ ਵਿੱਚ ਡੋਨਾਲਡ ਟਰੰਪ ਨੇ ਜਿੱਤ ਹਾਸਲ ਕੀਤੀ ਹੈ। ਇਸ ਦੀ ਵਿਸਥਾਰਤ ਰਿਪੋਰਟ ਪੜ੍ਹਾਂਗੇ ਔਰ ਦੇਖਾਂਗੇ ਕਿ ਆਖਰ ਕੀ ਕੁਛ ਹੋਇਆ ਔਰ ਕਮਲਾ ਹੈਰਿਸ ਦੇ ਨਾਲ ਕੀ ਬਣਿਆ ਤੇ ਭਾਰਤ ਦੇ ਨਾਲ ਜਿਹੜੇ ਆ ਉਸ ਸੰਬੰਧਾਂ ਦੇ ਉੱਤੇ ਹੁਣ ਕੀ ਅਸਰ ਪਵੇਗਾ। ਪਹਿਲੀ ਖਬਰ ਵੱਲ ਆਉਣੇ ਆ। ਸਿੱਖਾਂ ਦੇ ਨਾਲ ਚਿੰਜਣੀ ਛੇੜ ਨੂੰ ਹਟਦੇ ਨੀਗੇ ਲੋਕ ਜਾਂ ਫਿਰ ਕਈ ਵਾਰੀ ਹਕੂਮਤਾਂ ਸਿੱਖਾਂ ਨਾਲ ਚਿੰਜਣੀ ਛੇੜ ਨੂੰ ਬਾਜ਼ ਨਹੀਂ ਆਈਆਂ, ਚਾਹੇ ਉਹ ਕਾਂਗਰਸ ਦੀ ਹਕੂਮਤ ਹੋਵੇ ਚਾਹੇ ਹੋਣ ਵਾਲੀਆਂ ਹਕੂਮਤਾਂ ਹੋਣ। ਔਰ ਹਕੂਮਤਾਂ ਦੇ ਵਿੱਚ ਅਫਸਰਸ਼ਾਹੀ ਜਾਂ ਸਿੱਖ ਵਿਰੋਧੀ ਜਿਹੜੇ ਆ ਉਹ ਕੋਈ ਇਹੋ ਜਿਹੀ ਨੀਤੀ ਘੜ ਲੈਂਦੇ ਆ ਜਿਸ ਦੇ ਨਾਲ ਸਿੱਖਾਂ ਨੂੰ ਠੇਸ ਪੁੱਜਦੀ ਹੋਵੇ। ਜੀ ਹਾਂ, ਅਜਿਹਾ ਹੀ ਮਾਮਲਾ ਬੀਤੇ ਕੱਲ੍ਹ ਤੋਂ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿੱਖਾਂ ਅਤੇ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਜਿਵੇਂ ਅੱਗੇ ਵੀ ਅਕਸਰ ਕੋਈ ਨਾ ਕੋਈ ਖਬਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ, ਅਜਿਹਾ ਹੀ ਇੱਕ ਮਾਮਲਾ ਹੁਣ ਹਵਾਈ ਅੱਡਿਆਂ ਤੋਂ ਸਾਹਮਣੇ ਆਇਆ ਜਿੱਥੇ ਕਿ ਹੁਣ ਸਿੱਖ ਕਰਮਚਾਰੀ ਕਿਰਪਾਨ ਨਹੀਂ ਪਾ ਸਕਣਗੇ। ਤਾਂ ਸ਼ਹਿਰੀ ਹਵਾਬਾਜ਼ੀ ਬਿਊਰੋ ਨੇ 30 ਅਕਤੂਬਰ ਨੂੰ ਇਸ ਸੰਬੰਧੀ ਹੁਕਮ ਜਾਰੀ ਕੀਤੇ ਸਨ। BCAAS ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਹਵਾਈ ਅੱਡਿਆਂ ਤੇ ਕੰਮ ਕਰਨ ਵਾਲੇ ਸਿੱਖ ਮੁਲਾਜ਼ਮ ਸੁਰੱਖਿਆ ਦੇ ਮੱਦੇਨਜ਼ਰ ਕਿਰਪਾਨ ਯਾਨੀ ਕਿ ਆਪਾਂ ਗਾਤਰਾ ਕਿਰਪਾਨ ਜਿਹੜੇ ਸਿੱਖਾਂ ਦੇ 5 ਕਕਾਰਾਂ ਦੇ ਵਿੱਚੋਂ ਇੱਕ ਕਕਾਰ ਹੈ ਜਿਹੜਾ ਕਿ ਬਹੁਤ ਜ਼ਰੂਰੀ ਹੈ ਅੰਮ੍ਰਿਤਧਾਰੀ ਸਿੰਘ ਦੇ ਲਈ, ਤਾਂ ਉਹ ਨਹੀਂ ਪਹਿਨ ਸਕਣਗੇ। ਸਾਰੇ ਹਵਾਈ ਅੱਡਿਆਂ ਦੇ ਕਰਮਚਾਰੀਆਂ ਨੂੰ ਇਹ ਗਾਈਡਲਾਈਨ ਇੱਕ ਦਿਨ ਪਹਿਲਾਂ ਹੀ ਮਿਲੀਆਂ ਨੇ। BCAAS ਵੱਲੋਂ ਕਿਹਾ ਗਿਆ ਆ ਕਿ ਸੁਰੱਖਿਆ ਪ੍ਰੋਟੋਕੋਲ ਕਾਰਨ ਇਹ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਜਿਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਗਿਆ ਆ। ਜੀ ਹਾਂ, ਇਸ ਮਾਮਲੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਰੋਸ ਜ਼ਾਹਿਰ ਕੀਤਾ ਤੇ ਉਹਨਾਂ ਆਖਿਆ ਆ ਕਿ ਭਾਰਤ ਖਾਸ ਕਰਕੇ ਪੰਜਾਬ ਵਰਗੇ ਸੂਬੇ ਜੋ ਕਿ ਗੁਰੂਆਂ ਦੀ ਧਰਤੀ ਹੈ ਉਸ ਉੱਤੇ ਕਕਾਰ ਨਾ ਪਾਉਣ ਦੇ ਹੁਕਮ ਬਹੁਤ ਹੀ ਨਿੰਦਣਯੋਗ ਨੇ। ਜਥੇਦਾਰ ਸਾਹਿਬ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ 'ਚ SGPC ਨੂੰ ਕਹਿਣ ਕਿ ਇਸ ਮਸਲੇ ਉੱਤੇ ਭਾਰਤ ਸਰਕਾਰ ਨਾਲ ਗੱਲ ਕੀਤੀ ਜਾਵੇ। ਇਸ ਤੋਂ ਇਲਾਵਾ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਇਸ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਕਿਰਪਾਨ ਸਿੱਖ ਧਰਮ ਵਿੱਚ ਪਵਿੱਤਰ ਹੈ ਤੇ ਇਸ ਨੂੰ ਪਹਿਨਣਾ ਧਾਰਮਿਕ ਅਧਿਕਾਰ ਹੈ। ਅਜਿਹੇ ਹੁਕਮ ਪਹਿਲਾਂ ਵੀ ਜਾਰੀ ਕੀਤੇ ਜਾ ਚੁੱਕੇ ਨੇ ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਐਵੀਏਸ਼ਨ ਅਥਾਰਟੀ ਵੱਲੋਂ ਸਿੱਖਾਂ ਨੂੰ ਡਿਊਟੀ ਦੌਰਾਨ ਕਿਰਪਾਨ ਨਾ ਪਹਿਨਣ ਦੇ ਦਿੱਤੇ ਗਏ ਜਿਹੜੇ ਹੁਕਮ ਆ ਉਹ ਬਿਲਕੁਲ ਗਲਤ ਨੇ। ਤਾਂ ਦੂਸਰੇ ਪਾਸੇ ਅਕਾਲੀ ਦਲ ਵੱਲੋਂ ਵੀ ਨਿਖੇਧੀ ਕੀਤੀ ਗਈ ਆ ਅਜਿਹੇ ਹੁਕਮ ਦੀ। BCS ਦੇ ਜਿਹੜੇ ਇਹ ਹੁਕਮ ਲਾਗੂ ਹੋਏ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਵੀਟ ਕਰਕੇ ਨਿਖੇਧੀ ਕੀਤੀ ਗਈ ਹੈ। ਤੇ ਉੱਥੇ ਮੈਂ ਦੱਸ ਦੇਣਾ ਚਾਹੂੰਗਾ ਕਿ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਭਾਰਤੀ ਸੰਵਿਧਾਨ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦੀ ਆਜ਼ਾਦੀ ਦਿੰਦਾ ਆ ਤੇ ਇਸ ਵਿੱਚ 5 ਕਕਾਰ ਕੇਸ, ਕੜਾ, ਕੰਘਾ, ਕੱਛ ਅਤੇ ਕਿਰਪਾਨ ਨੇ ਜੋ ਕਿ ਸਿੱਖਾਂ ਲਈ ਬਹੁਤ ਮਹੱਤਵਪੂਰਨ ਨੇ। ਅਜਿਹੇ ਹੁਕਮ ਪਹਿਲਾਂ ਵੀ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਵਿੱਚ ਜਾਰੀ ਕੀਤੇ ਜਾ ਚੁੱਕੇ ਨੇ ਜਿਸ ਕਾਰਨ ਸਿੱਖ ਕੌਮ ਦੇ ਵਿੱਚ ਰੋਸ ਖੜਾ ਹੋਇਆ। ਹੁਣ ਜੇ ਇੱਥੇ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਕੋਈ ਅੱਜ ਨਹੀਂ ਖੜਾ ਹੋਇਆ। ਇਸ ਮਾਮਲੇ ਦੇ ਪਿੱਛੇ ਪਹਿਲਾਂ ਵੀ ਇਹੋ ਜਿਹੀਆਂ ਤਿਕੜਮਬਾਜ਼ੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਖਾਸ ਤੌਰ 'ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ। ਦੱਸ ਦਈਏ ਕਿ ਸਾਲ 2022 'ਚ ਹਵਾਬਾਜ਼ੀ ਮੰਤਰਾਲੇ ਨੇ ਭਾਰਤੀ ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਨਾ ਲਿਜਾਣ ਦੇ ਹੁਕਮ ਜਾਰੀ ਕੀਤੇ ਸਨ ਤੇ ਇਸ ਹੁਕਮ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੰਤਰਾਲੇ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਅਜਿਹਾ ਕਰਕੇ ਮੰਤਰਾਲਾ ਸਿੱਖਾਂ ਦੀ ਆਜ਼ਾਦੀ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ। ਇਸ ਤੋਂ ਬਾਅਦ ਮੰਤਰਾਲੇ ਨੇ ਆਪਣੇ ਹੁਕਮ ਵਾਪਸ ਲੈ ਲਏ ਸਨ। ਹੁਣ ਦੇਖੋ, ਪਹਿਲਾਂ ਹੀ ਇਹਨਾਂ ਨੂੰ ਇਹ ਗੱਲ ਕਹਿ ਦਿੱਤੀ ਗਈ ਸੀ ਤੇ ਇਸ ਦੇ ਬਾਵਜੂਦ ਫਿਰ ਇਹ ਜਿਹਾ ਫੈਸਲਾ ਕੀਤਾ ਗਿਆ। ਤਾਂ ਦੂਜੇ ਪਾਸੇ ਜੇ ਗੱਲ 2017 ਦੀ ਕਰੀਏ ਤਾਂ ਤਾਮਿਲਨਾਡੂ ਜਾ ਰਹੇ ਕਿਸਾਨ ਆਗੂਆਂ ਨੂੰ ਦਿੱਲੀ ਹਵਾਈ ਅੱਡੇ 'ਤੇ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਸੁਰੱਖਿਆ ਕਾਰਨਾਂ ਦਾ
ਹਵਾਲਾ ਦਿੱਤਾ ਗਿਆ ਸੀ। ਕਿਸਾਨ ਆਗੂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਹੁਕਮਾਂ ਤੇ ਹੀ ਸੁਰੱਖਿਆ ਮੁਲਾਜ਼ਮਾਂ ਨੇ ਕਿਰਪਾਨ ਨੂੰ ਮੁੱਦਾ ਬਣਾ ਕੇ ਰੋਕਿਆ ਗਿਆ। 26 ਅਗਸਤ 2024 ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਰਸਾ ਅਤੇ ਸੁਖਦੇਵ ਸਿੰਘ ਭੋਜਰਾਜ ਨੂੰ ਦਿੱਲੀ ਹਵਾਈ ਅੱਡੇ ਉੱਤੇ ਜਹਾਜ਼ 'ਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀਗਾ। ਨਿਯਮਾਂ ਅਨੁਸਾਰ ਭਾਰਤ ਵਿੱਚ ਘਰੇਲੂ ਉਡਾਣਾਂ ਵਿੱਚ ਸਿੱਖ ਯਾਤਰੀਆਂ ਨੂੰ ਕਿਰਪਾਨ ਰੱਖਣ ਦੀ ਇਜਾਜ਼ਤ ਹੈ। ਹਾਲਾਂਕਿ ਸੇਬਰ ਦੀ ਲੰਬਾਈ 23 ਸੈਂਟੀਮੀਟਰ ਯਾਨੀ ਕਿ 9 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਬਲੇਡ ਦੀ ਲੰਬਾਈ 15 ਸੈਂਟੀਮੀਟਰ ਯਾਨੀ ਕਿ 6 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ। ਤੇ ਹੁਣ ਵੇਖਣਾ ਇਹ ਆਇਆ ਕਿ ਇਹ ਜਿਹੜੇ ਹੁਕਮ ਲਾਗੂ ਕੀਤੇ ਗਏ ਨੇ ਇਹਨਾਂ ਬਾਰੇ ਮੁੜ ਫੈਸਲਾ ਲਿਆ ਜਾਵੇਗਾ ਤੇ ਕੀ ਇਹ ਹੁਕਮ ਪਹਿਲਾਂ ਵਾਂਗ ਹੀ ਵਾਪਸ ਲਏ ਜਾਣਗੇ ਜਾਂ ਨਹੀਂ, ਇਹ ਸਵਾਲ ਖੜੇ ਹੋਏ ਆ। ਪਰ ਇੱਥੇ SGPC ਨੇ ਇਹਦੇ ਖਿਲਾਫ ਜ਼ਰੂਰ ਰੋਸ ਜ਼ਾਹਿਰ ਕੀਤਾ ਆ ਔਰ ਉਹਨਾਂ ਨੇ ਕਿਹਾ ਆ ਕਿ ਦੇਸ਼ ਵਿੱਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਉੱਤੇ ਵੱਡਾ ਹਮਲਾ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਵਾਈ ਅੱਡਿਆਂ ਉੱਤੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨ ਕੇ ਡਿਊਟੀ ਕਰਨ ਤੋਂ ਰੋਕਣ ਦਾ ਸਖਤ ਨੋਟਿਸ ਲਿਆ। ਦੱਸ ਦਈਏ ਕਿ SGPC ਪ੍ਰਧਾਨ ਧਾਮੀ ਨੇ ਕਿਹਾ ਹੈ ਕਿ ਸਿਵਲ ਐਵੀਏਸ਼ਨ ਸੁਰੱਖਿਆ ਬਿਊਰੋ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਆਦੇਸ਼ ਅਨੁਸਾਰ ਹਵਾਈ ਅੱਡੇ ਉੱਤੇ ਡਿਊਟੀ ਕਰਨ ਵਾਲੇ ਸਿੱਖ ਮੁਲਾਜ਼ਮਾਂ ਦੇ ਡਿਊਟੀ ਦੌਰਾਨ ਕਿਰਪਾਨ ਪਹਿਨਣ ਉੱਤੇ ਰੋਕ ਲਗਾਉਣੀ ਸਿੱਖਾਂ ਨਾਲ ਧੱਕਾ ਆ। ਇਸੇ ਮਾਮਲੇ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਆਪਣੇ ਹੀ ਦੇਸ਼ ਅੰਦਰ ਇਹ ਵਿਤਕਰਾ ਦੇਸ਼ ਦੇ ਨਾਗਰਿਕ ਸਿੱਖਾਂ ਦੀ ਧਾਰਮਿਕ ਆਜ਼ਾਦੀ ਉੱਤੇ ਵੱਡਾ ਹਮਲਾ ਹੈ। ਵੱਡੀ ਗੱਲ ਇਹ ਹੈ ਕਿ ਸਿੱਖਾਂ ਨੇ ਇਸ ਮੁਲਕ ਦੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਆ, ਪਰ ਪੂਰਾ ਮੁਲਕ ਜਿਹੜਾ ਆ ਜਦੋਂ ਇਦਾਂ ਦੀਆਂ ਆਪ ਹੁਦਰੀਆਂ ਕੋਈ ਅਫਸਰਸ਼ਾਹੀ ਕਰਦੀ ਆ, ਕੋਈ ਅਦਾਰਾ ਕਰਦਾ ਆ, ਕੋਈ ਸਕੂਲ ਕਾਲਜ ਕਰਦਾ ਆ ਤੇ ਬਾਕੀ ਚੁੱਪ ਹੋ ਜਾਂਦੇ ਆ, ਇਕੱਲੇ ਸਿੱਖ ਹੀ ਇਸ ਦੇ ਵਿਰੁੱਧ ਬੋਲਦੇ ਆ। ਹੈਰਾਨੀ ਦੀ ਗੱਲ ਆ ਕਿ ਜਦੋਂ ਦੇਸ਼ ਆਜ਼ਾਦੀ ਦੀ ਨਾਂ ਆਉਂਦੀ ਹੈ ਉਦੋਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ, ਉਹਨਾਂ ਦੀਆਂ ਅਥਾਹ ਕੁਰਬਾਨੀਆਂ ਨੂੰ ਭੁਲਾ ਦਿੱਤਾ ਜਾਂਦਾ ਹੈ। ਇਸ ਦੇ ਗੱਲ ਦੇ ਵਿੱਚ ਕੋਈ ਸ਼ੱਕ ਤਾਂ ਨਹੀਂ ਕਿ ਸਿੱਖ ਜਾਂ ਪੰਜਾਬੀ ਜਿਹੜੇ ਨੇ ਉਹ ਮਹਾਨ ਕੌਮ ਨੇ, ਦੁਨੀਆ ਦੀ ਮਹਾਨ ਕੌਮਾਂ 'ਚੋਂ ਇੱਕ ਨੇ। ਉਹਦਾ ਕਾਰਨ ਕੀ ਹੈ ਕਿ ਅਸੀਂ ਸਦੀਆਂ ਤੋਂ ਪੱਛਮ ਵੱਲੋਂ ਆਉਂਦੇ ਧਾੜਵੀਆਂ ਦਾ ਮੁਕਾਬਲਾ ਕਰਦੇ ਕਰਦੇ ਇੰਨੇ ਕੁ ਤਕੜੇ, ਇੰਨੇ ਕੁ ਮਜ਼ਬੂਤ ਅਤੇ ਦ੍ਰਿੜ ਇਰਾਦਿਆਂ ਵਾਲੇ ਹੋ ਗਏ ਆ ਕਿ ਸਾਡੇ ਖੂਨ ਦੇ ਵਿੱਚ ਵੀ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਨਾ ਝੁਕਣ ਦਿੰਦੀਆਂ ਨੇ, ਨਾ ਅੱਕਣ ਦਿੰਦੀਆਂ ਨੇ, ਨਾ ਥੱਕਣ ਦਿੰਦੀਆਂ ਨੇ, ਨਾ ਥੱਲੇ ਲੱਗਣ ਦਿੰਦੀਆਂ ਨੇ। ਸਿਰ ਉੱਚਾ ਕਰਕੇ ਜਿਉਣ ਦਾ ਜਿਹੜਾ ਸਾਨੂੰ ਇੱਕ ਬਲ ਬਖਸ਼ਿਆ ਗਿਆ ਆ ਔਰ ਗੁਰੂ ਪਾਤਸ਼ਾਹ ਨੇ ਇਸ ਧਰਤੀ ਦੇ ਉੱਤੇ ਜਿਹੜਾ ਸਾਨੂੰ ਬਲ ਬਖਸ਼ਿਆ ਆ, ਉਸ ਤੋਂ ਪਿੱਛੇ ਅਸੀਂ ਨਹੀਂ ਹਟ ਸਕਦੇਗੇ। ਇਸ ਕਰਕੇ ਬਾਕੀਆਂ ਨੂੰ ਇਹ ਚੀਜ਼ਾਂ ਕਿਤੇ ਨਾ ਕਿਤੇ ਅੱਖਰਦੀਆਂ ਨੇ। ਹਾਲਾਂਕਿ ਇਸੇ ਕਰਕੇ ਹੀ ਅਸੀਂ ਕੁਰਬਾਨੀਆਂ ਅਥਾਹ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਔਰ ਇਸ ਕਰਕੇ ਕਰਵਾਇਆ ਕਿ ਇਸ ਨੂੰ ਅਸੀਂ ਆਪਣਾ ਮੁਲਕ ਸਮਝਦੇ ਰਹੇ ਹਾਂ। ਪਰ ਅੱਜ ਸਿੱਖਾਂ ਦੇ ਨਾਲ ਜੋ ਹੁੰਦਾ ਆ ਉਹ ਵਾਕਿਆ ਹੀ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਦਰਜਾ ਹੀ ਹੋ ਜਾਂਦਾ ਆ ਕਿ ਜਦੋਂ ਉਹਨਾਂ ਨੂੰ ਬਿਲਕੁਲ ਦਰਕਨਾਰ ਕਰਕੇ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਤੁਹਾਡੀ ਕਿੰਨੀ ਕੁ ਬੁੱਕਤ ਹੈ। ਇਹ ਸਥਿਤੀ ਬਣ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੇ ਫੈਸਲੇ ਲਾਗੂ ਕੀਤੇ ਜਾਂਦੇ ਆ ਔਰ ਫਿਰ ਭੁੱਲ ਜਾਂਦੇ ਆ ਇਹ ਅੱਜ ਦੀ ਆਧੁਨਿਕ ਅਫਸਰਸ਼ਾਹੀ ਕਿ ਸਿੱਖਾਂ ਦੀਆਂ ਕੁਰਬਾਨੀਆਂ ਕੀ ਸੀ ਔਰ ਸਿੱਖ ਕਿੱਡੀ ਕੌਮ ਹੈ ਔਰ ਜਿਸ ਕੌਮ ਨੇ ਇਸ ਦੇਸ਼ ਦੀ ਖਾਤਰ ਹੁਣ ਤੱਕ ਕੁਰਬਾਨੀਆਂ ਦਿੰਦਿਆਂ ਹੁਣ ਤੱਕ ਅੰਨ ਕਟੋਰਾ ਜਿਹੜਾ ਦੇਸ਼ ਦਾ ਉਹ ਭਰਦਿਆਂ ਕੀ ਕੁਛ ਆਪਣਾ ਕੁਰਬਾਨ ਕਰ ਦਿੱਤਾ ਆ। ਸੋ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਭਾਰਤ ਸਰਕਾਰ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਲਈ ਆਪਾ ਵਾਰਨ ਵਾਲੇ ਸਿੱਖਾਂ ਨਾਲ ਆਪਣੇ ਹੀ ਦੇਸ਼ ਦੇ ਵਿੱਚ ਧੱਕਾ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੈ। ਉਧਰ ਇਸ ਮਸਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਨਹੀਂ ਖੇਡਣਾ ਚਾਹੀਦਾ। ਕਦੇ ਵੀ ਜਿਹੜੇ ਸਿੱਖ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਕਿ ਸਾਨੂੰ ਕਕਾਰ ਪਾਉਣ ਦੀ ਇਜਾਜ਼ਤ ਸੰਵਿਧਾਨ ਦੇ ਵਿੱਚ ਵੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਕਿਹਾ ਕਿ 5 ਕਕਾਰ ਗੁਰੂ ਸਾਹਿਬਾਨ ਦੀ ਦਾਤ ਨੇ ਔਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸੰਬੰਧੀ ਸਰਕਾਰ ਨਾਲ ਗੱਲ ਕਰਨ ਲਈ ਕਹਿਣਗੇ ਤੇ ਇਸ ਫੈਸਲੇ ਦੀ ਨਿਖੇਧੀ ਕਰਦੇ ਨੇ। ਹੁਣ ਕਾਬਲੇ ਗੌਰ ਹੈ ਕਿ ਭਾਰਤ ਵਿੱਚ ਹਵਾਈ ਅੱਡਿਆਂ ਤੇ ਸਿੱਖ ਕਰਮਚਾਰੀ ਕਿਰਪਾਨ ਨਹੀਂ ਪਾ ਸਕਣਗੇ, ਅਜਿਹਾ ਐਲਾਨ ਕੀਤਾ ਗਿਆ। ਸ਼ਹਿਰੀ ਹਵਾਬਾਜ਼ੀ ਬਿਊਰੋ ਨੇ 23 ਅਕਤੂਬਰ ਨੂੰ ਇਸ ਸੰਬੰਧੀ ਹੁਕਮ ਜਾਰੀ ਕੀਤੇ ਸਨ ਤੇ BCAS ਨੇ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਹਵਾਈ ਅੱਡਿਆਂ ਤੇ ਕੰਮ ਕਰਨ ਵਾਲੇ ਸਿੱਖ ਮੁਲਾਜ਼ਮ ਸੁਰੱਖਿਆ ਦੇ ਮੱਦੇਨਜ਼ਰ ਕਿਰਪਾਨ ਨਹੀਂ ਪਹਿਨ ਸਕਣਗੇ। ਸਾਰੇ ਹਵਾਈ ਅੱਡਿਆਂ ਦੇ ਕਰਮਚਾਰੀਆਂ ਨੂੰ ਇਹ ਗਾਈਡਲਾਈਨ ਇੱਕ ਦਿਨ ਪਹਿਲਾਂ ਮਿਲੀ ਸੀ ਔਰ BCAS ਦੀ ਤਰਫੋਂ ਕਿਹਾ ਗਿਆ ਹੈ
कि सुरक्षा प्रोटोकोल कारण ये हुक्म जारी किए गए ने। इस तो बाद विवाद शुरू हो गया तो हुण देखना ये होगा कि इस मसले ते अगे की होगा। और एक गल इत्थे कहनी बनती है कि जिन्हां ने अमृतधारी ਸਿੰਘਾਂ ने 5 ककार पहने हुए आ, खास तौर पर किरपान जिहड़ी है ਉਹ ਤੋਂ ਬਚਾ ਤਾਂ ਭਾਵੇਂ ਕਿਸੇ ਦਾ ਕੀਤਾ ਹੋਵੇ ਪਰ ਕਿਸੇ ਨੂੰ ਇਸ ਤਰੀਕੇ ਨਾਲ ਹੱਲਾ ਨਹੀਂ ਕੀਤਾ ਗਿਆ। ਔਰ ਹੱਲਾ ਉਦੋਂ ਹੀ ਕੀਤਾ ਗਿਆ ਆ ਜੇ ਇਤਿਹਾਸ ਗਵਾਇਆ ਕਿ ਜਦੋਂ ਇਹ ਭੀੜ ਬਣੀ ਹੈ, ਜਦੋਂ ਆਤਮ ਰੱਖਿਆ ਵਾਸਤੇ ਕਰਨਾ ਪਿਆ ਮੁਕਾਬਲਾ, ਜਾਂ ਫਿਰ ਇਹ ਹੋਇਆ ਕਿ ਜਦੋਂ ਕਿਸੇ ਦੇ ਹੱਕ ਦੇ ਵਿੱਚ ਜਾ ਕੇ ਕੋਈ ਸਿੰਘ ਖੜਦਾ ਆ ਉਦੋਂ ਉਸ ਦੀ ਵਰਤੋਂ ਕਰਦਾ ਆ, ਨਾ ਕਿ ਉਹ ਦਿਖਾਵੇ ਵਜੋਂ ਪ੍ਰਤੀਕ ਹੈ। ਉਹਦਾ ਇੱਕ ਇਹ ਵੀ ਮਤਲਬ ਸੀਗਾ। ਤੇ 5 ਕਕਾਰਾਂ ਵਿੱਚ ਗੁਰੂ ਸਾਹਿਬਾਂ ਦੇ ਵੇਲੇ ਤੋਂ ਹੀ ਹਥਿਆਰਬੰਦ ਖਾਲਸਾ ਤਿਆਰ ਕੀਤਾ ਗਿਆ ਸੀਗਾ। ਪਰ ਅਫਸੋਸ ਹੈ ਕਿ ਉਸ ਖਾਲਸੇ ਦੀ ਨਿਆਰੀ ਹਸਤੀ ਨੂੰ ਢਾਹ ਲਾਈ ਜਾ ਰਹੀ ਹੈ। ਇੱਦਾਂ ਦੇ ਜਿਹੜੇ ਚੀਜ਼ਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਨੇ ਫਿਰ ਸਿੱਖਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ। ਤੇ ਜੇ ਸਿੱਖ ਵਿਰੋਧ ਕਰਦੇ ਆ, ਜਦੋਂ ਧਰਨੇ ਪ੍ਰਦਰਸ਼ਨਾਂ ਤੇ ਆਉਂਦੇ ਆ, ਜਦੋਂ ਵਿਰੋਧ ਕਰਦੇ ਆ, ਫਿਰ ਉਹਨਾਂ ਨੂੰ ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ ਕਿਹਾ ਜਾਂਦਾ। ਇਹ ਮਿਸਾਲ ਕੋਈ ਅੱਜ ਦੀ ਨਹੀਂ ਗੀ, ਇਹ ਮਿਸਾਲਾਂ ਬਹੁਤ ਪੁਰਾਣੀਆਂ ਨੇ। ਔਰ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਉਦੋਂ ਨਹਿਰੂ ਵਜ਼ਾਰਤ ਨੇ ਵੀ ਇੱਕ ਆਰਡੀਨੈਂਸ ਆਉਂਦਿਆਂ ਸਾਰੀ ਜਾਰੀ ਕਰ ਦਿੱਤਾ ਗਿਆ ਸੀਗਾ, ਜਿਸ ਦੇ ਵਿੱਚ ਕਹਿ ਦਿੱਤਾ ਗਿਆ ਸੀਗਾ ਕਿ ਸਿੱਖ ਕ੍ਰਿਮੀਨਲ ਕੌਮ ਆ ਤੇ ਜਿਹੜੇ ਉੱਧਰੋਂ ਲਹਿੰਦੇ ਪੰਜਾਬ ਤੋਂ ਉੱਜੜ ਕੇ ਇੱਧਰ ਆ ਰਹੇ ਨੇ ਉਹਨਾਂ ਦੀਆਂ ਗਤੀਵਿਧੀਆਂ ਦੇਖਦੇ ਹੋਏ ਹੀ ਉਹਨਾਂ ਨੂੰ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਗਏ ਸੀ। ਔਰ ਇਹਨਾਂ ਨੂੰ ਕ੍ਰਿਮੀਨਲ ਕੌਮ ਕਿਹਾ ਗਿਆ ਸੀ। ਸਿੱਖਾਂ ਨੂੰ ਕ੍ਰਿਮੀਨਲ ਕੌਮ ਨਹਿਰੂ ਦੀ ਕਾਂਗਰਸ ਹਕੂਮਤ ਨੇ ਕਿਹਾ ਸੀਗਾ। ਦੇਸ਼ ਆਜ਼ਾਦੀ ਤੋਂ ਬਾਅਦ ਸਿੱਖਾਂ ਦੀਆਂ ਥਾਂ ਕੁਰਬਾਨੀਆਂ ਨੂੰ ਭੁੱਲ ਗਏ ਸੀਗੇ ਕਿ ਸਿੱਖਾਂ ਦੀਆਂ ਥਾਂ ਕੁਰਬਾਨੀਆਂ ਕਿੰਨੀਆਂ। ਔਰ ਦੇਸ਼ ਦੇ ਇਸ ਉਜਾੜੇ ਦੇ ਵਿੱਚ ਕਿਉਂਕਿ ਕੁਰਬਾਨੀ ਪੂਰੇ ਦੇਸ਼ ਦੀ ਨਹੀਂ ਹੋਏਗੀ, ਉਜੜਿਆ ਤਾਂ ਪੰਜਾਬ ਹੀ ਸੀਗੇ। ਕਰੋੜਾਂ ਲੋਕ ਪੰਜਾਬ ਦੇ ਹੀ ਇਸ ਦੇ ਵਿੱਚ ਬਰਬਾਦ ਹੋਏ, ਜਿਹੜੀਆਂ ਆਪਦੀਆਂ ਭਰੀਆਂ ਭਰਾਏ ਘਰ ਜ਼ਮੀਨਾਂ ਛੱਡ ਕੇ ਆਏ, ਭਰਿਆ ਭਰਾਏ ਜਿਹੜੇ ਸੀ ਕਾਰੋਬਾਰ, ਚੱਲਦੇ ਕਾਰੋਬਾਰ ਔਰ ਆਲੀਸ਼ਾਨ ਬੰਗਲੇ, ਮਹਿਲਾਂ ਵਰਗੇ ਘਰ, ਕੋਠੀਆਂ ਉਸ ਜ਼ਮਾਨੇ ਦੀਆਂ ਵੀ ਛੱਡ ਕੇ ਆਏ। ਔਰ ਤਗੜੇ ਕਾਰੋਬਾਰ ਛੱਡ ਕੇ ਆਏ ਔਰ ਕਿੰਨੀਆਂ ਜਾਇਦਾਦਾਂ ਛੱਡ ਕੇ ਆਏ। ਔਰ ਇਸ ਦੇ ਵਿੱਚ ਦੇਖੋ ਕਿੰਨੇ ਲੋਕ ਮਾਰੇ ਗਏ, 10 ਲੱਖ ਤੋਂ ਉੱਤੇ ਲੋਕ ਮਾਰੇ ਗਏ, ਕਰੋੜਾਂ ਲੋਕ ਜਿਹੜੇ ਨੇ ਬੇਘਰੇ ਹੋ ਗਏ ਨੇ। ਪਰ ਦੇਸ਼ ਦਾ ਤਾਂ ਕੁਛ ਨਹੀਂ ਵਿਗੜਿਆ ਗਾ, ਪੰਜਾਬ ਦਾ ਹੀ ਵਿਗੜਿਆ ਜੋ ਵਿਗੜਿਆ ਆ। ਫਿਰ ਉਸ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਸਿੱਖ ਕਮਿਊਨਿਟੀ ਸੀਗੀ, ਵੈਸੇ ਤਾਂ ਪੰਜਾਬ ਦੇ ਵਿੱਚ ਪੰਜਾਬੀ ਆਪਣੇ ਆਪ ਨੂੰ ਸਾਰੇ ਹੀ ਸਿੱਖੀ ਵਿੱਚ ਗੜੂੰਦ ਸਮਝਦੇ ਰਹੇ ਆ। ਗੁਰੂਆਂ ਦੀ ਧਰਤੀ 'ਤੇ ਸਾਰੇ ਹੀ ਗੁਰੂਆਂ ਦੇ ਆਸ਼ਿਆਂ ਅਨੁਸਾਰ ਚੱਲਣ ਵਾਲੇ ਸੀ, ਚਾਹੇ ਉਹ ਹਿੰਦੂ ਵੀ ਸੀਗੇ। ਪਰ ਅਫਸੋਸ ਇਸ ਗੱਲ ਦਾ ਹੋਇਆ ਕਿ ਆਉਂਦਿਆਂ ਸਾਰੀ ਉਹ ਸਿੱਖ ਕੌਮ ਜਿਸ ਨੇ ਸਦੀਆਂ ਤੋਂ ਜਿਹੜੇ ਆ ਗੁਲਾਮੀ ਦਾ ਜੂਲਾ ਲਾਉਣ ਦੇ ਵਿੱਚ, ਇਸ ਮੁਲਕ ਨੂੰ ਆਜ਼ਾਦ ਕਰਵਾਉਣ ਦੇ ਵਿੱਚ, ਚਾਹੇ ਉਹ ਧਾੜਵੀ ਮੁਗਲਾਂ ਦੇ ਕੋਲੋਂ ਹੋਵੇ ਤੇ ਚਾਹੇ ਉਹ ਅੰਗਰੇਜ਼ਾਂ ਦੇ ਕੋਲ ਹੋਵੇ, ਅਥਾਹ ਕੁਰਬਾਨੀਆਂ ਕੀਤੀਆਂ। ਔਰ 92% ਕੁਰਬਾਨੀਆਂ ਜਿਹੜੀਆਂ ਦੇ ਕੇ ਮੁੱਲ ਇਹ ਪਿਆ ਕਿ ਉਹਨਾਂ ਨੂੰ ਕ੍ਰਿਮੀਨਲ ਕੌਮ ਦਾ ਦਰਜਾ ਦਿੱਤਾ ਗਿਆ। ਤੇ ਜਦੋਂ ਇਹ ਸਾਰੇ ਆਰਡੀਨੈਂਸ ਉਸ ਸਮੇਂ ਦੀ ਨਹਿਰੂ ਹਕੂਮਤ ਵੱਲੋਂ ਜਾਰੀ ਕੀਤੇ ਗਏ ਸੀਗੇ ਤਾਂ ਇਸ ਦਾ ਵਿਰੋਧ ਪੰਜਾਬ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਸਿਵਾਏ ਸਰਦਾਰ ਕਪੂਰ ਸਿੰਘ ਦੇ, ਜਿਹੜੇ ਉਸ ਸਮੇਂ ਡਿਪਟੀ ਕਮਿਸ਼ਨਰ ਸਨ। ਔਰ ਉਹਨਾਂ ਨੇ ਵਿਰੋਧ ਕੀਤਾ ਕਿ ਆਖਰ ਸਿੱਖ ਕ੍ਰਿਮੀਨਲ ਕੌਮ ਕਿਵੇਂ ਹੋ ਸਕਦੀ ਆ। ਤੇ ਫਿਰ ਇਹ ਸੱਚ ਬੋਲਣ ਦਾ ਖਮਿਆਜ਼ਾ ਇਹੋ ਜਿਹਾ ਭੁਗਤਣਾ ਪਿਆ ਕਿ ਪਹਿਲੀ ਵਾਰੀ ਹੋਇਆ, ਸ਼ਾਇਦ ਕਹਿ ਸਕਦੇ ਹਾਂ ਵਿਸ਼ਵ ਦੇ ਇਤਿਹਾਸ ਵਿੱਚ, ਕਿ ਕਿਸੇ ਡਿਪਟੀ ਕਮਿਸ਼ਨਰ ਨੂੰ ਉਸ ਦੇ ਅਹੁਦੇ ਤੋਂ ਲਾ ਦਿੱਤਾ ਗਿਆ। ਔਰ ਸਰਦਾਰ ਕਪੂਰ ਸਿੰਘ, ਇਹ ਉਹੀ ਸਰਦਾਰ ਕਪੂਰ ਸਿੰਘ ਆ ਜਿਨ੍ਹਾਂ ਨੇ ਸਾਚੀ ਸਾਖੀ ਕਿਤਾਬ ਦੇ ਵਿੱਚ ਉਹ ਸਾਰੇ ਵੇਰਵੇ ਦਿੱਤੇ ਆ, ਤੁਸੀਂ ਪੜ੍ਹ ਵੀ ਸਕਦੇ ਹੋ। ਇਹ ਉਹੀ ਸਰਦਾਰ ਕਪੂਰ ਸਿੰਘ ਆ ਜਿਹੜੇ ਅਨੰਦਪੁਰ ਸਾਹਿਬ ਦਾ ਮਤਾ ਲਿਖਿਆ ਸੀਗਾ। ਇਹ ਉਹੀ ਸਰਦਾਰ ਕਪੂਰ ਸਿੰਘ ਆ ਜਿਹੜੇ ਤਮਾਮ ਉਮਰ ਇਸ ਦੇਸ਼ ਦੀ ਕੇਂਦਰੀ ਹਕੂਮਤ ਨਾਲ ਇਸੇ ਗੱਲੋਂ ਹੀ ਲੜਦੇ ਰਹੇ ਆ ਕਿ ਸਿੱਖਾਂ ਵਾਸਤੇ ਇਹ ਦੋਹਰੇ ਮਾਪਦੰਡ ਕਿਉਂ ਆ। ਉਦੋਂ ਤੋਂ ਇਹ ਮਸਲੇ ਜਿਹੜੇ ਆ ਉਹ ਲੜਕਦੇ ਚਲੇ ਆ ਰਹੇ ਆ ਤੇ ਇਹ ਵਿਰੋਧ ਜਿਹੜਾ ਆ ਉਹ ਹੁੰਦਾ ਵੀ ਆ ਰਿਹਾ। ਔਰ ਕਹਿ ਸਕਦੇ ਹਾਂ ਕਿ ਅੱਜ ਵੀ ਸਾਨੂੰ ਸਰਦਾਰ ਕਪੂਰ ਸਿੰਘ ਵਰਗੇ, ਜਾਂ ਫਿਰ ਕਹਿ ਸਕਦੇ ਹਾਂ ਕਿ ਪ੍ਰਿੰਸੀਪਲ, ਸਿੱਖ ਸ਼ਹੀਦ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਰਦਾਰ ਗੰਗਾ ਸਿੰਘ ਵਰਗੇ ਬੰਦੇ ਚਾਹੀਦੇ ਆ ਜਿਹੜੇ ਮਹਾਤਮਾ ਗਾਂਧੀ ਵਰਗਿਆਂ ਨੂੰ ਵੀ ਅੱਗੋਂ ਪੈ ਨਿਕਲੇ ਸਨ, ਜਿਨ੍ਹਾਂ ਨੇ ਕਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਭੁੱਲੜ ਕਿਹਾ ਸੀਗਾ। ਸੋ ਇੱਦਾਂ ਦੇ ਅੱਜ ਜੇ ਸਿੱਖ ਮਿਲ ਜਾਣ ਤਾਂ ਸ਼ਾਇਦ ਇਸ ਤਰ੍ਹਾਂ ਕੋਈ ਵੀ ਹਕੂਮਤ ਜਿਹੜੀ ਆ ਉਹ ਸਿੱਖਾਂ ਦੇ ਨਾਲ ਇਸ ਤਰੀਕੇ ਦਾ ਵਿਹਾਰ ਨਾ ਕਰੇ ਜਿਸ ਤਰੀਕੇ ਦਾ ਵਿਹਾਰ ਹੁਣ ਦੇਖਣ ਨੂੰ ਮਿਲ ਰਿਹਾ। ਔਰ ਇਹ ਬੜੇ ਅਫਸੋਸ ਦੀ ਗੱਲ ਹੈ, ਅਸੀਂ ਇਸ ਦੀ ਨਿਖੇਧੀ ਕਰਦੇ ਹਾਂ। ਹੁਣ ਦੇਖਣਾ ਇਹ ਹੋਊਗਾ ਕਿ ਇਹ ਹਵਾਈ ਮੰਤਰਾਲਾ ਜਿਹੜਾ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਆ ਲਾਗੂ ਕਰਨ ਦਾ ਆਰਡੀਨੈਂਸ ਜਾਰੀ ਕੀਤਾ ਆ, ਇਸ ਦਾ ਫੈਸਲਾ ਹੁਣ ਵਿਰੋਧ ਦੇ ਬਾਵਜੂਦ ਵਾਪਸ ਲੈਂਦਾ ਆ ਜਾਂ ਫਿਰ ਸਿੱਖਾਂ ਨਾਲ ਇਸੇ ਤਰ੍ਹਾਂ ਹੀ ਧੱਕਾ ਹੁੰਦਾ ਰਹੇਗਾ।
तो अगली एक खबर है कि पंजाब के किसानों के चौलों ਨੂੰ ਲੈ ਕੇ ਆ पंजाब के किसानों ਨਾਲ ਧੱਕਾ कौन कर रहा, कौन साजिशां कर रहा। कई सूबे ਜਿਹੜੇ ਆ ਉਹ पंजाब के चौल खाण ਤੋਂ इनकारी हो चुके हैं। ਵੱਡੀ खबर है तो देश के कई सूबे पंजाब के चौल खाण ਨੂੰ ਤਿਆਰ नहीं, ਕਹਿੰਦੇ पंजाब का चौल ही नहीं ਚੱਜਦਾ हैगा, ਇਹ सही नहीं है। इसका कारण दस्सिया जा रहा है कि पंजाब के ਜਿਹੜੇ चौल आ ਜਿਹੜਾ ਹੁਣ ਇੰਨਾ ਆਪਦਾ ਬਲੀ ਦੇ ਕੇ ਪਾਣੀਆਂ ਦੀ, ਜ਼ਮੀਨੀ ਪਾਣੀਆਂ ਦੀ ਔਰ ਬਿਜਲੀ ਦੀ ਇੰਨੀ ਖਪਤ ਕਰਕੇ, ਇੰਨੀ ਖਪਾਈ ਕਰਕੇ ਅਸੀਂ ਇੰਨੀਆਂ ਖਾਦਾਂ ਰੇਹਾਂ ਸਪਰੇਆਂ ਪਾ ਕੇ ਜਿਹੜਾ ਝੋਨਾ ਅਸੀਂ ਬੀਜਦੇ ਪਏ ਆ, ਉਹ ਕਹਿੰਦੇ ਆ ਜੀ ਪੰਜਾਬ ਦੇ ਚੌਲ ਜਿਹੜੇ ਆ ਉਹ ਤੈਅ ਮਿਆਰਾਂ ਨੂੰ ਪੂਰਾ ਹੀ ਨਹੀਂ ਕਰਦੇਗੇ। ਕਰਨਾਟਕ ਤੇ ਅਰੁਣਾਚਲ ਪ੍ਰਦੇਸ਼ ਭੇਜੇ ਚੌਲਾਂ ਦੇ ਜਿਹੜੇ ਸੈਂਪਲ ਆ ਉਹ ਫੇਲ ਹੋ ਚੁੱਕੇ ਆ। ਇਹ ਵੱਡੀ ਖਬਰ ਆ ਰਹੀ ਹੈ। ਹੁਣ ਪਰ ਸਵਾਲ ਤਾਂ ਇਹ ਖੜਾ ਹੁੰਦਾ ਕਿ ਆਖਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਇਹ ਸਾਜ਼ਿਸ਼ ਰਚ ਕੌਣ ਰਿਹਾ ਆ, ਕੌਣ ਇਦਾਂ ਕਰਦਾ ਪਿਆ ਆ। ਤਾਂ ਦੇਸ਼ ਦੇ ਕਈ ਸੂਬੇ ਪੰਜਾਬ ਦੇ ਚੌਲ ਖਾਣ ਲਈ ਤਿਆਰ ਨਹੀਂ ਹੈ। ਇਸ ਦਾ ਕਾਰਨ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਚੌਲ ਆ ਤੈਅ ਮਿਆਰਾਂ ਨੂੰ ਪੂਰਾ ਨਹੀਂ ਕਰਦੇਗੇ ਔਰ ਜਿਹੜੇ ਇਹ ਕਰਨਾਟਕ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪੰਜਾਬ ਦੇ ਚੌਲਾਂ ਦੇ ਸੈਂਪਲ ਫੇਲ ਹੋਏ ਆ। ਇਸ ਦੇ ਬਾਰੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਕਿਸਾਨਾਂ ਖਿਲਾਫ ਸਾਜ਼ਿਸ਼ ਹੈ। ਸ਼ੈਲਰ ਮਾਲਕਾਂ ਨੂੰ ਵੀ ਸ਼ੱਕ ਹੈ ਕਿ ਦਾਲ ਵਿੱਚ ਕੁਝ ਕਾਲਾ ਆ। ਹੁਣ ਹੋਇਆ ਕੀ ਸੀਗਾ ਜਿੱਥੋਂ ਇਹ ਮਾਮਲਾ ਸਾਹਮਣੇ ਆਇਆ? ਮਾਮਲਾ ਇਹ ਹੈ ਕਿ ਦਰਅਸਲ ਪੰਜਾਬ ਵੱਲੋਂ ਕਰਨਾਟਕ ਨੂੰ ਭੇਜੇ ਗਏ ਚੌਲਾਂ ਦੇ ਨਮੂਨੇ ਫੇਲ ਹੋ ਗਏ ਨੇ ਤੇ ਇਸ ਤੋਂ ਹਫ਼ਤੇ ਪਹਿਲਾਂ ਅਰੁਣਾਚਲ ਪ੍ਰਦੇਸ਼ ਨੂੰ ਭੇਜੇ ਚੌਲਾਂ ਦੇ ਨਮੂਨੇ ਵੀ ਖਰਾਬ ਮਿਲੇ ਸਨ। ਇਹ ਪੰਜਾਬ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ। ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ਮਿਆਰ ਤੋਂ ਵੀ ਹੇਠਲੇ ਦਰਜੇ ਦੇ ਮਿਲੇ ਨੇ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇਨਸਾਨਾਂ ਦੇ ਖਾਣ ਯੋਗ ਨਹੀਂ ਹੈ। ਤਾਂ ਖਪਤਕਾਰ ਮਾਮਲਿਆਂ, ਭੋਜਨ ਤੇ ਜਨਤਕ ਵੰਡ ਮੰਤਰਾਲੇ ਵੱਲੋਂ ਭੇਜੀਆਂ ਗਈਆਂ ਟੀਮਾਂ ਨੇ ਹੁਬਲੀ ਕਰਨਾਟਕ 'ਚ ਭੰਡਾਰਨ ਡਿਪੂ ਅਤੇ ਰਾਸ਼ਨ ਦੀਆਂ ਦੁਕਾਨਾਂ ਤੋਂ ਫੋਰਟੀਫਾਈਡ ਚੌਲਾਂ ਯਾਨੀ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੌਲਾਂ ਦੇ 26 ਨਮੂਨੇ ਲਏ ਸਨ। ਇਹਨਾਂ 'ਚੋਂ 4 ਸੈਂਪਲਾਂ ਨੂੰ ਮਿਆਰ ਤੋਂ ਹੇਠਲੇ ਦਰਜੇ ਦਾ ਐਲਾਨਿਆ ਗਿਆ। ਮੰਤਰਾਲੇ ਨੇ ਇਹਨਾਂ ਚੌਲਾਂ ਨੂੰ ਬਦਲਣ ਲਈ ਕਿਹਾ ਸੀ ਜਿਨ੍ਹਾਂ ਤੋਂ ਨਮੂਨੇ ਲਏ ਗਏ ਸਨ। ਹਾਸਲ ਜਾਣਕਾਰੀ ਮੁਤਾਬਕ ਨਾਭਾ ਤੋਂ ਹੁਬਲੀ ਨੂੰ 7304 ਜਦੋਂ ਕਿ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਤੋਂ 2995 ਬੋਰੀਆਂ ਭੇਜੀਆਂ ਗਈਆਂ ਸਨ। ਪਟਿਆਲਾ ਦੇ ਜਲੰਧਰ ਡਿਵੀਜ਼ਨਾਂ 'ਚ ਭਾਰਤੀ ਖੁਰਾਕ ਨਿਗਮ FCI ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਚੌਲਾਂ ਨੂੰ ਬਦਲਣ ਲਈ ਕਿਹਾ ਗਿਆ ਆ। ਹੁਣ ਪੰਜਾਬ 'ਚ ਪੈਦਾ ਹੋਏ ਤੇ ਖਰੀਦੇ ਗਏ ਚੌਲਾਂ ਨੂੰ ਖਾਰਜ ਕੀਤੇ ਜਾਣ ਨਾਲ ਸੂਬੇ 'ਚ ਸ਼ੈਲਰ ਮਾਲਕਾਂ ਤੇ ਕਿਸਾਨਾਂ ਨੂੰ ਇਸ ਪਿੱਛੇ ਸਾਜ਼ਿਸ਼ ਨਜ਼ਰ ਆ ਰਹੀ ਹੈ ਕਿ ਹੁਣ ਇੰਨਾ ਚੌਲ ਤਾਂ ਬਾਕੀ ਸੂਬੇ ਵੀ ਬੀਜ ਰਹੇ ਆ, ਅਸੀਂ ਵੀ ਬੀਜ ਰਹੇ ਹਾਂ ਝੋਨਾ, ਹੁਣ ਪੰਜਾਬ ਦੇ ਹੀ ਸੈਂਪਲ ਕਿਉਂ ਫੇਲ ਹੋਏ ਆ? ਇਹ ਵਾਕਿਆ ਹੀ ਸਾਜ਼ਿਸ਼ ਨਜ਼ਰ ਆ ਰਹੀ ਹੈ। ਕਿਸਾਨ ਲੀਡਰ ਇਸ ਬਾਰੇ ਕਹਿੰਦੇ ਨੇ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਪੰਜਾਬ ਦੇ ਚੌਲਾਂ ਦੇ ਨਮੂਨੇ ਜਾਣ ਬੁੱਝ ਕੇ ਗੁਣਵੱਤਾ ਦੇ ਆਧਾਰ ਦੇ ਉੱਤੇ ਰੱਦ ਕੀਤੇ ਜਾ ਰਹੇ ਨੇ, ਜਦੋਂ ਕਿ ਇਹਨਾਂ ਨੂੰ ਕਈ ਮਹੀਨੇ ਪਹਿਲਾਂ ਹੋਰ ਸੂਬਿਆਂ ਨੂੰ ਭੇਜਿਆ ਗਿਆ ਸੀਗਾ। ਕਿਸਾਨ ਲੀਡਰਾਂ ਨੇ ਦੋਸ਼ ਲਾਇਆ ਕਿ ਪੰਜਾਬ ਤੋਂ ਭੇਜੇ ਗਏ ਚੌਲਾਂ ਖਿਲਾਫ ਲੋਕ ਰਾਏ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕੇਂਦਰ ਦੇ ਅੰਨ ਭੰਡਾਰ ਭਰੇ ਹੋਏ ਆ। ਇਹਦਾ ਮਤਲਬ ਆ ਕਿ ਇੱਕ ਗੱਲ ਤਾਂ ਜੇ ਦੂਜੇ ਪਾਸੇ ਵੀ ਲਿਜਾਈਏ ਉਸ ਤੋਂ ਸਾਫ਼ ਜ਼ਾਹਰ ਆ ਕਿ ਪੰਜਾਬ ਦੇ ਕਿਸਾਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਹੁਣ ਝੋਨਾ ਜੀਰੀ ਬੀਜਣੀ ਬੰਦ ਕਰ ਦਿਓ ਕਿਉਂਕਿ ਕੇਂਦਰ ਦੀ ਨੀਤ ਵਿੱਚ ਖਰਾਬੀ ਆ ਗਈ ਆ, ਕਿਉਂਕਿ ਉਹਨਾਂ ਦੇ ਅੰਨ ਭੰਡਾਰ ਭਰੇ ਹੋਏ ਆ ਤੇ ਜਦੋਂ ਨਾ ਬੰਦਾ ਰੱਜਿਆ ਹੋਵੇ ਉਦੋਂ ਫਿਰ ਇਹੋ ਜਿਹੀ ਖੇਖਣ ਕਰਦਾ। ਜਿਵੇਂ ਕਿ ਹੁਣ ਕੇਂਦਰ ਹਕੂਮਤ ਜਿਹੜੀ ਆ ਇਸ ਤਰੀਕੇ ਦੇ ਖੇਖਣਾਂ ਦੇ ਉੱਤੇ ਆਈ ਹੋਈ ਹੈ ਕਿ ਜਦੋਂ ਰੱਜੇ ਪੁੱਜੇ ਨੂੰ ਫਿਰ ਰੋਟੀ ਨੂੰ ਚੋਚੀ ਦੱਸਣੀ ਸ਼ੁਰੂ ਕਰ ਦਿੰਦੇ ਆ ਤੇ ਫਿਰ ਉਹਨਾਂ ਨੂੰ ਅੰਨ ਜਿਹੜਾ ਆ ਉਹ ਹੁਣ ਉਹਦਾ ਨਰਾਦਰ ਹੋਣ ਵਾਲੀ ਗੱਲ ਯਾਰ ਉਹ ਪੰਜਾਬ ਦੇ ਅੰਨਦਾਤੇ ਦੀ ਇਹ ਬੇਕਦਰੀ ਆ ਜੋ ਹੁਣ ਇਹ ਕਰਨ ਤੇ ਉਤਰੀ ਹੋਈ ਆ। ਕਿਉਂਕਿ ਅੰਨ ਭੰਡਾਰ ਭਰੇ ਆ, ਕਿਸਾਨਾਂ ਦਾ ਰੌਲਾ ਇਹ ਆ ਮੰਡੀਆਂ 'ਚ ਝੋਨਾ ਨਹੀਂ ਚੁੱਕਿਆ ਜਾ ਰਿਹਾ, ਝੋਨੇ ਦੇ ਅੰਬਾਰ ਲੱਗੇ ਪਏ ਆ ਤੇ ਪਹਿਲਾਂ ਦੇ ਜਿਹੜੇ ਗੋਦਾਮ ਭਰੇ ਪਏ ਆ, ਪਹਿਲਾਂ ਹੀ ਸਾਡੇ ਜਿਹੜੇ ਅੰਨ ਭੰਡਾਰ ਪੰਜਾਬ ਦੇ ਵਿੱਚ ਗੋਦਾਮ ਖਾਲੀ ਨਹੀਂ ਹੋਏ ਤੇ ਜੋ ਖਾਲੀ ਹੋਣਗੇ ਤੇ ਇੱਥੋਂ ਦਾ ਹੁਣ ਖਰੀਦਿਆ ਜਾਊਗਾ ਤਾਂ ਉਹਨਾਂ ਭੰਡਾਰਾਂ 'ਚ ਭਰਿਆ ਜਾਊਗਾ। ਪਰ ਅਫਸੋਸ ਆ ਕਿ ਕੇਂਦਰ ਇਹੋ ਜਿਹੀਆਂ ਹਰਕਤਾਂ ਦੇ ਉੱਤੇ ਉਤਰ ਆਇਆ। ਸੋ ਕਿਸਾਨਾਂ ਨੇ ਕਿਹਾ ਕਿ ਇੰਜ ਜਾਪਦਾ ਕਿ ਕੇਂਦਰ ਝੋਨੇ ਦੀ ਖਰੀਦ 'ਚ ਕਾਰਪੋਰੇਟਾਂ ਨੂੰ ਲਿਆਉਣਾ ਚਾਹੁੰਦਾ ਹੈ ਤੇ ਹੋ ਸਕਦਾ ਹੈ ਕਿ ਅਗਲੇ ਸੀਜ਼ਨ 'ਚ ਕਾਰਪੋਰੇਟ MSP ਤੋਂ ਵੀ ਘੱਟ ਰੇਟ ਦੇਣ, ਪਰ ਕਿਸਾਨ ਮੰਡੀਆਂ 'ਚ ਰਾਤਾਂ ਗੁਜ਼ਾਰਨ ਦੀ ਬਜਾਏ ਉਹਨਾਂ ਕੋਲੇ ਚਲੇ ਜਾਣਗੇ। ਯਾਨੀ ਕਿ ਜੇ MSP ਦੀ ਨੀਤੀ ਦੀ ਗੱਲ ਕਰਦੇ ਹਾਂ, ਜੇ ਉਸ ਦੇ ਉੱਤੇ ਕੇਂਦਰ ਹਕੂਮਤ ਨਹੀਂ ਆਈ, ਕਿਸਾਨ ਅੜੇ ਹੋਏ ਆ, ਕਿਸਾਨ ਆਪਣੀਆਂ ਮੰਗਾਂ ਦੀ ਖਾਤਰ ਅੜੇ ਹੋਏ ਆ, ਕਿਸਾਨ ਇਹ ਚਾਹੁੰਦੇ ਆ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ। ਕਿਸਾਨੀ ਧਰਨਿਆਂ ਦੌਰਾਨ ਜਿਹੜੀਆਂ ਸ਼ੁਰੂਆਤ ਸੀਗੀਆਂ ਤੇ ਹੁਣ ਵੀ ਧਰਨੇ ਲੱਗੇ ਹੋਏ ਆ ਤੇ ਇੱਥੇ ਹੁਣ ਇਸ ਤਰੀਕੇ ਤੰਗ ਕੀਤਾ ਜਾਵੇ। ਜਦੋਂ ਕਿਸਾਨਾਂ ਲਈ ਇਹ ਧਰਤੀ ਸੌੜੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਜ਼ਾਹਿਰ ਹੈ ਕਿ ਅੱਕੇ ਥੱਕੇ ਕਿਸਾਨ ਆਪਣੀਆਂ ਜਿਣਸਾਂ ਲੈ ਕੇ ਜਾਣਗੇ
ਕਿੱਥੇ। ਤੇ ਜਦੋਂ ਜਿਣਸਾਂ ਕੋਲੇ ਹੀ ਕਿਸਾਨ ਦੇ ਰਹਿ ਗਈਆਂ, ਜਦੋਂ ਵਿਕੀਆਂ ਹੀ ਨਾ, ਕੇਂਦਰ ਨੇ ਹੱਲ ਹੀ ਨਾ ਕੀਤਾ, ਤੇ ਜ਼ਾਹਿਰ ਹੈ ਕਿ ਕਾਰਪੋਰੇਟਾਂ ਕੋਲੇ ਜਾਣਗੇ। ਕਾਰਪੋਰੇਟ ਜਿਹੜੇ ਆ ਉਹ MSP ਤਾਂ ਦੇਣਗੇ ਨਹੀਂ, ਤੇ ਉਹਨਾਂ ਨੇ ਝੋਨੇ ਦਾ ਉਹ ਭਾਅ ਨਹੀਂ ਦੇਣਾ, ਉਹਨਾਂ ਨੇ ਉਸ ਤੋਂ ਵੀ ਡੇਕ ਕੇ ਦੇਣਾ। ਮਜਬੂਰਨ ਅੰਨਦਾਤੇ ਨੂੰ ਆਪਣੀ ਫਸਲ ਭੰਗਾਂ ਦੇ ਭਾੜੇ ਸਿੱਟਣੀ ਪਊਗੀ। ਯਾਨੀ ਇੱਦਾਂ ਦਾ ਪਲਾਨ, ਇੱਦਾਂ ਦੀ ਨੀਤੀ ਤਿਆਰ ਕੀਤੀ ਜਾ ਰਹੀ ਆ ਕਿ ਕਿਸਾਨ ਨੂੰ ਕਿਸੇ ਨਾ ਕਿਸੇ ਤਰੀਕੇ ਕਾਰਪੋਰੇਟਾਂ ਦੇ ਅੱਗੇ ਪਰੋਸ ਦਿੱਤਾ ਜਾਵੇ। ਸੋ ਸ਼ੈਲਰ ਮਾਲਕਾਂ ਨੂੰ ਖਦਸ਼ਾ ਆ ਕਿ ਚੌਲਾਂ ਦੇ ਨਮੂਨੇ ਖਾਰਜ ਹੋਣ ਕਾਰਨ FCI ਪੰਜਾਬ ਤੋਂ ਚੌਲਾਂ ਦੀ ਆਵਾਜਾਈ ਉੱਤੇ ਉਦੋਂ ਤੱਕ ਰੋਕ ਦੇਵੇਗਾ ਜਦੋਂ ਤੱਕ ਸੂਬੇ 'ਚ ਸਾਰੇ ਚੌਲਾਂ ਦੀ ਗੁਣਵੱਤਾ ਦੀ ਜਾਂਚ ਨਹੀਂ ਹੋ ਜਾਂਦੀ। ਉਧਰ FCI ਪੰਜਾਬ ਦੇ ਖੇਤਰੀ ਜਨਰਲ ਮੈਨੇਜਰ B ਸ਼੍ਰੀਨਿਵਾਸਨ ਨੇ ਕਿਹਾ ਕਿ ਪੰਜਾਬ 'ਚ ਸਾਰੇ ਸਟਾਕ ਦੀ ਗੁਣਵੱਤਾ ਦੀ ਜਾਂਚ ਕਰਨ ਦੇ ਕੋਈ ਨਿਰਦੇਸ਼ ਨਹੀਂ ਮਿਲੇ, ਤੇ ਉਹਨਾਂ ਭਰੋਸਾ ਦਿੱਤਾ ਆ ਕਿ ਪੰਜਾਬ 'ਚ ਚੌਲਾਂ ਦੀ ਆਵਾਜਾਈ ਜਿਹੜੀ ਆ ਉਹ ਜਾਰੀ ਰਹੂਗੀ। ਉਹਨਾਂ ਕਿਹਾ ਕਿ ਜਦੋਂ ਕਰਨਾਟਕ ਨੂੰ ਚੌਲ ਭੇਜੇ ਗਏ ਸਨ ਤਾਂ ਗੁਣਵੱਤਾ 'ਚ ਕੋਈ ਸਮੱਸਿਆ ਨਹੀਂ ਸੀ। ਸੋ ਹੁਣ ਦੇਖਦੇ ਹਾਂ ਕਿ ਇਹ ਜੋ ਕੁਛ ਹੋ ਰਿਹਾ, ਜਿਵੇਂ ਕਿਸਾਨਾਂ ਦੇ ਉੱਤੇ ਸਕੰਜਾ ਹੋਰ ਕੱਸਿਆ ਜਾ ਰਿਹਾ। ਇੱਕ ਗੱਲ ਤਾਂ ਸਾਫ਼ ਜ਼ਾਹਿਰ ਹੈ ਕਿ ਜੇ ਕਿਸਾਨਾਂ ਨੂੰ ਕੋਈ ਕੇਂਦਰ ਦੀ ਉਬਲਦੀ ਰਜਦੀ ਨਜ਼ਰ ਆਉਂਦੀ ਹੈ, ਕਿਉਂਕਿ ਕੇਂਦਰ ਇੱਕੋ ਪੱਖ ਦੇ ਵਿੱਚ ਜਾ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਖੇਤੀ ਆ, ਦੇਸ਼ ਦੀ ਜਿਹੜੀ ਖੇਤੀ ਆ, ਉਹ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਿੱਤੀ ਜਾਵੇ, ਤੇ ਫਿਰ ਉਹ ਆਪਣੇ ਹਿਸਾਬ ਦੇ ਨਾਲ ਇਹਨਾਂ ਜ਼ਮੀਨਾਂ ਦੇ ਜਿੱਥੇ ਅੱਜ ਜ਼ਿਮੀਂਦਾਰ ਕਿਸਾਨ ਮਾਲਕ ਆ, ਉਹ ਫਿਰ ਕਾਰਪੋਰੇਟ ਘਰਾਣੇ ਮਾਲਕ ਬਣ ਜਾਣਗੇ। ਉਹਨਾਂ ਨੇ ਆਪਣੇ ਤਰੀਕੇ ਜਿਣਸਾਂ ਖਰੀਦਣੀਆਂ, ਆਪਣੇ ਤਰੀਕੇ ਫਿਰ ਉਹਨਾਂ ਨੂੰ ਜਿਵੇਂ ਮਰਜ਼ੀ ਗਾਂ ਵੇਚਣਾ, ਔਰ ਸਥਿਤੀ ਵੀ ਇਹ ਬਣੀ ਹੋਈ। ਅੱਜ ਅਸੀਂ ਦੇਖਦੇ ਹਾਂ ਨਾ ਕਿ ਤੁਸੀਂ ਦੇਖੋ ਕਿ ਬਾਜ਼ਾਰ ਦੇ ਵਿੱਚ ਤੁਸੀਂ 10 ਕਿਲੋ ਆਟਾ ਲੈਣ ਚਲੇ ਜਾਓ ਤਾਂ ਆਟਾ 320 ਰੁਪਏ ਕਿਲੋ ਮਿਲਦਾ, ਯਾਨੀ ਕਿ 32 ਰੁਪਏ ਕਿਲੋ ਆਟਾ ਕਣਕ ਦਾ ਮਿਲਦਾ ਹੋਵੇ, ਤੇ ਕਿਸਾਨ ਨੂੰ ਤਾਂ 3200 ਰੁਪਇਆ ਕੁਆਂਟਲ ਤਾਂ ਕਣਕ ਦਾ ਭਾਅ ਮਿਲਦਾ ਹੀ ਨਹੀਂ ਪਿਆ। ਜੇ ਕਿਸਾਨ ਨੂੰ 3200 ਕੁਆਂਟਲ ਮਿਲਦਾ ਹੋਵੇ, ਯਾਨੀ ਤੁਸੀਂ ਦੇਖੋ ਕਿਸਾਨ ਦੇ ਕੋਲੋਂ ਕੋਈ 1500 ਕੋਈ 1800 ਤੱਕ ਜਿਹੜਾ ਕਣਕ ਖਰੀਦੀ ਜਾ ਰਹੀ ਹੈ, ਉਹ ਵੀ ਨਹੀਂ ਜੋ ਮੈਂ ਜ਼ਿਆਦਾ ਦੱਸ ਰਿਹਾ, ਪਰ ਜੋ ਇਹ ਖਰੀਦੀ ਜਾ ਰਹੀ ਹੈ ਤੇ ਉਸ ਦੇ ਮੂਜਬ ਜਿਹੜਾ ਮੁੱਲ ਮਿਲਣਾ ਚਾਹੀਦਾ ਉਹ ਮਿਲ ਨਹੀਂ ਰਿਹਾ। ਕਿਉਂਕਿ ਉਹਦੇ ਵਿੱਚ ਤੁਸੀਂ ਦੇਖੋ ਕਿ ਜਿੰਨੇ ਦੀ ਕਣਕ ਖਰੀਦੀ ਗਈ ਹੈ ਉਸ ਤੋਂ ਦੁੱਗਣਾ ਜਿਹੜਾ ਮੁਨਾਫਾ ਆ ਉਹ ਤਾਂ ਵਪਾਰੀ ਕਾਰੋਬਾਰੀ ਵਿਚਲੇ ਜਿਹੜੇ ਕੰਪਨੀਆਂ ਵਾਲੇ ਆ ਉਹ ਖਾ ਰਹੇ, ਤੇ ਕਿਸਾਨ ਨੂੰ ਤਾਂ ਮਿਲਦਾ ਹੀ ਕੁਝ ਨਹੀਂ ਪਿਆ ਗਾ। ਇਹ ਇਸ ਤੋਂ ਵੱਡੀ ਸਮੱਸਿਆ ਇਸ ਮੁਲਕ 'ਚ ਕੀ ਹੋ ਸਕਦੀ ਹੈ। ਕਾਸ਼ ਇੱਦਾਂ ਹੁੰਦਾ ਕਿ ਇਹ 320 ਰੁਪਏ ਦਾ 10 ਕਿਲੋ ਆਟਾ ਖੁਦ ਕਿਸਾਨਾਂ ਨੂੰ ਉਸ ਦੀ ਕੀਮਤ ਮਿਲਦੀ ਤਾਂ ਕੋਈ ਫਾਇਦਾ ਹੁੰਦਾ, ਪਰ ਅਫਸੋਸ ਤਾਂ ਇਹ ਆ ਕਿ ਅੰਨਦਾਤੇ ਨੂੰ ਤਾਂ ਪੁੱਛਿਆ ਹੀ ਨਹੀਂ ਜਾ ਰਿਹਾ। ਹਕੂਮਤਾਂ ਨੇ ਕੋਈ ਪਲਾਨ ਹੀ ਨਹੀਂ ਬਣਾਇਆ, ਕੋਈ ਨੀਤੀ ਨਹੀਂ ਬਣਾਏਗੀ। ਇਸ ਕਰਕੇ ਜੇ ਕਿਸਾਨ ਧਰਨੇ ਦੇਣ ਨੂੰ ਮਜਬੂਰ ਆ, ਮੰਗਾਂ ਮਨਵਾਉਣ ਲਈ, ਹੱਕ ਲੈਣ ਲਈ ਮਜਬੂਰ ਆ, ਤਾਂ ਉਹ ਇਸ ਲਈ ਬੈਠੇ ਆ ਕਿਉਂਕਿ ਇਹ ਹਕੂਮਤਾਂ ਜਿਹੜੀਆਂ ਉਹ ਹੁਣ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਹੀ ਚੱਲ ਰਹੀਆਂ। ਤੇ ਹੁਣ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਵਿੱਚੋਂ ਖਾਸ ਤੌਰ 'ਤੇ ਜੇ ਅਡਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਅਡਾਨੀ ਨੇ ਤਾਂ ਇਸ ਦੇਸ਼ ਦੇ ਬਹੁਤ ਸਾਰੇ ਸ਼ੈਲਰ, ਬਹੁਤ ਸਾਰੀਆਂ ਮਿੱਲਾਂ, ਬਹੁਤ ਸਾਰੇ ਸਟੋਰੇਜ ਜਿਹੜੇ ਆ ਗੋਦਾਮਾਂ ਦੇ ਉਹਨੇ ਬਣਾਏ ਹੋਏ ਆ, ਔਰ ਪੂਰੇ ਵਿਦੇਸ਼ਾਂ ਤੱਕ ਉਹ ਛਾਇਆ ਹੋਇਆ, ਔਰ ਅਰਬਪਤੀ ਹੈ। ਔਰ ਹਾਲਤ ਇਹ ਹੈ ਕਿ ਉਹ ਇਹ ਚਾਹੁੰਦਾ ਆ ਕਿ ਦੇਸ਼ ਦੇ ਕਿਸਾਨਾਂ ਦੀਆਂ ਜਿਣਸਾਂ ਉੱਤੇ ਉਹਦਾ ਹੱਕ ਹੋਵੇ, ਔਰ ਉਹ ਫਿਰ ਆਪਣੇ ਤਰੀਕੇ ਨਾਲ ਜਿਵੇਂ ਮਰਜ਼ੀ ਪੈਕਿੰਗ ਕਰਕੇ ਦੇਵੇ। ਜਿਹੜੀ ਮੂੰਗੀ ਦੀ ਦਾਲ ਦੀ ਅਸੀਂ ਕਦੇ ਗੱਲ ਕਰਦੇ ਹੁੰਦੇ ਸੀਗੇ 100-150 ਰੁਪਏ ਨੂੰ ਕਿਲੋ ਮਿਲ ਜਾਂਦੀ ਸੀਗੀ, ਅੱਜ ਉਹਦੀ ਸਥਿਤੀ ਇਹ ਹੈ ਕਿ ਜਦੋਂ ਉਹ ਇਹਨਾਂ ਕੰਪਨੀਆਂ ਦੇ ਬਾਜ਼ਾਰੀ ਲਿਫਾਫਿਆਂ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਪੈਕ ਹੋ ਕੇ ਆਈ ਹੁੰਦੀ ਆ, ਔਰ ਇੱਕ ਇੱਕ ਦਾਣਾ ਜਿਹੜਾ 에ਅਰ ਟਾਈਟ ਲਿਫਾਫਿਆਂ ਦੇ ਵਿੱਚ ਪਾਇਆ ਹੁੰਦਾ, ਪਰੁੱਜਿਆ ਹੁੰਦਾ, ਤੇ ਤੁਸੀਂ ਭਾਅ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਕੰਪਨੀ ਦੀ ਮੋਹਰ ਲੱਗੀ ਹੁੰਦੀ ਆ ਤੇ ਉੱਤੇ ਉਹਦਾ ਰੇਟ ਦੁੱਗਣਾ ਹੁੰਦਾ ਆ, ਜਿਹੜਾ ਕਿ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਗੀ। ਐਵੇਂ ਚੌਲਾਂ ਨਾਲ ਬਣੀ ਪਈ ਆ। ਚੌਲ ਬਾਸਮਤੀ ਤੁਸੀਂ ਬਾਜ਼ਾਰ 'ਚ ਲੈਣ ਚਲੇ ਜਾਓ, ਔਰ ਬਾਸਮਤੀ ਚੌਲ ਜਿਹੜੇ ਆ ਉਹ 60 ਰੁਪਏ ਕਿਲੋ, ਗੱਲ ਸੁਣ ਕੇ ਤੁਹਾਨੂੰ ਹੈਰਾਨੀ ਹੋਊਗੀ, 60 ਰੁਪਏ ਕਿਲੋ ਬਾਸਮਤੀ ਸ਼ੁਰੂ ਹੁੰਦੀ ਹੈ, ਔਰ ਬਹੁਤ ਘਟੀਆ ਕਿਸਮ ਦੀ ਬਾਸਮਤੀ ਮਿਲ ਰਹੀ ਹੁੰਦੀ ਹੈ। ਇਹਦਾ ਮਤਲਬ ਆ ਕਿ ਜੇ ਕੋਈ ਕੁਆਂਟਲ ਲਊਗਾ ਤੇ ਉਹਨੂੰ 6000 ਰੁਪਏ ਕੁਆਂਟਲ ਮਿਲੂਗੀ। 6000 ਕੁਆਂਟਲ ਬਾਸਮਤੀ ਦਾ ਤਾਂ ਜੱਟ ਨੂੰ ਭਾਅ ਮਿਲਦਾ ਹੀ ਨਹੀਂਗਾ। ਤੇ ਇਸ ਤੋਂ ਇਹ ਤਾਂ ਬਹੁਤ ਮੈਂ ਘਟੀਆ ਕਿਸਮ ਦੀ, ਬਹੁਤ ਦੇਸੀ ਔਰ ਸਸਤੀ ਕਿਸੇ ਆਮ ਦੁਕਾਨ ਤੋਂ ਮਿਲਣ ਵਾਲੀ ਬਾਸਮਤੀ ਚੌਲਾਂ ਦੀ ਗੱਲ ਕਰਦਾ ਹੈ। ਤੇ ਜੇ ਕਿਤੇ ਤੁਸੀਂ ਕਿਸੇ ਵੱਡੀ ਦੁਕਾਨ 'ਤੇ ਚਲੇ ਜਾਓ ਤੇ ਉੱਥੇ ਪਤਾ ਲੱਗਦਾ ਵੀ 250 ਰੁਪਏ ਕਿਲੋ ਬਾਸਮਤੀ ਮਿਲੀ ਜਾਂਦੀ ਆ। ਤੇ 250 ਦਾ ਤੁਸੀਂ ਅੰਦਾਜ਼ਾ ਲਗਾ ਲਓ ਕਿ 250 ਰੁਪਏ ਕਿਲੋ ਬਾਸਮਤੀ ਇੰਨਾ ਮੁੱਲ ਜੱਟ ਨੂੰ ਕਿੱਥੇ ਮਿਲਦਾ ਪਿਆ। 250 ਰੁਪਏ ਕਿਲੋ ਮੂੰਹ ਨਾਲ ਕਹਿਣਾ ਸੌਖਾ ਆ, ਤੇ ਕਿੱਥੇ ਜਾ ਪਹੁੰਚਦੀ ਆ। ਇੰਨਾ ਰੇਟ ਨਹੀਂ ਮਿਲਦਾ ਪਿਆ ਗਾ। ਅਫਸੋਸ ਹੈ ਕਿ ਵਿੱਚ
होर जोकां जिहड़ियां सानूं चिंबड़ चुक्कीਆਂ ने ਉਹ खा रहीਆਂ ने। इस करके किसानी ਦਾ हल होना चाहिए और ये जिहड़ियां साजिशां आ ये किसान दे हक विच नहीं गईਆਂ। ਇਹ ਸਾਜ਼ਿਸ਼ਾਂ अन्नदाते नूं खराब करन ते तुलियां होईयां आ। ये ताकतां दे विरुद्ध इस लई ही अन्नदाता सड़कां दे उत्ते आ, इस लई ही संघर्ष करन ते मजबूर आ। और इन्हां साजिशां तो हुकूमतां दियां इहो जिहियां हरकतां जो ये हुकूमतां कर रहीਆਂ ने इन्हां नूं बाज आ जाना चाहिदा आ। जिहड़ा मुल्क दी हुकूमत अन्नदाते दे खिलाफ ਚੱਲੂਗੀ ਉਹਦਾ ਭਲਾ ਹੋਣ ਵਾਲਾ नहीं गा। तो अगली वड्डी खबर अमरीकी चोणां दे विच डोनाल्ड ट्रंप की राष्ट्रपति वजों हुई जित दी है और की कुछ बनया इस दे उत्ते चर्चा करते हैं। तो रिपबलिकन उम्मीदवार डोनाल्ड ट्रंप, क्योंकि कल का जिहड़ा दिन सी वो बड़ा इतिहासक दिन सीगा, जिस दे विच कह सकते हैं कि विश्व के इतिहास दे विच ये हमेशा लिए दर्ज हो जाऊगा कि डोनाल्ड ट्रंप अते डेमोक्रेटिक उम्मीदवार उप राष्ट्रपति कमला हैरिस दे विचाले करीबी मुकाबले तो बाद ट्रंप ने कमला हैरिस नूं पछाड़दिआं एक वारी फिर तो अमरीकी राष्ट्रपति अहुदे नूं हासिल कीता आ। ट्रंप ने कई सूबिਆਂ 'ਚ जित हासिल की है, जदों कोई कई सूबिਆਂ 'ਚ उन्हां दे विरोधी अगे रहे ने। हुण अमरीका के इतिहास दे विच तां इह गल खास रची गई है कि डोनाल्ड ट्रंप ने जो आ कमला हैरिस नूं हराया। फॉक्स न्यूज़ की रिपोर्ट मुताबक उन्होंने अमरीका च राष्ट्रपति चोण जित ली है तो उन्होंने अपनी विरोधी उप प्रधान कमला हैरिस नूं हराया तो वह अमरीका के 47वें राष्ट्रपति बन गए हैं। और कल का दिन जिहड़ा सीगा वो ट्रंप समर्थकों के लिए बहुत वड्डी खुशी लैके आया कि डोनाल्ड ट्रंप मुड़ तो फिर देश के राष्ट्रपति बन गए। तो डोनाल्ड ट्रंप के अमरीकी राष्ट्रपति अहुदे ते वापसी नाल वड्डी गल जो सामने हुण आ रही है वो ये है कि विश्व राजनीति और आर्थिक नीतियां दे विच वड्डे बदलाव आउण दी संभावना है। इस नाल भारत अमरीका संबंधां खास करके जलवायु नीति, व्यापार और रक्षा सहयोग के खेत्रां विच महत्वपूर्ण प्रभाव पै सकते हैं। भारतीय माहरां ने कई मौकों के नाल नाल चुनौतियों की भविष्यवाणी करते हुए ट्रंप दीयां नीतियां ते संभावित प्रभावां ते अपनी राय जाहिर की आ। हुण जिहड़ी राय सामने आई आ वो यही है कि ट्रंप के पहले कार्यकाल की इत्थे आपां गल कर लईए तो अमरीका पेरिस जलवायु समझौते तो पिछे हट गया सीगा, जिसने विश्व जलवायु सहयोग नूं एक झटका दिता। इस वार भी उन्हां दीयां नीतियां विच जलवायु वित्त ते स्वच्छ ऊर्जा निवेश नूं तरजीह मिलण दी संभावना घट है। CEEW के CEO डॉक्टर अरुणाभा घोष का मनना है कि भारत नूं अपणियां जलवायु और ऊर्जा नीतियां विच रणनीतिक लचकता बनाई रखण की लोड़ होगी तो उस दे अनुसार अमरीका विच प्रस्तावित व्यापारक पाबंदियां भारती साफ तकनोलॉजियां नूं प्रभावित कर सकदियां ने। भारत अपनी ऊर्जा तब्दीली नूं तेज़ करन लई स्वच्छ तकनोलॉजी के विकास और हरे कारोबार नूं डूंघाई नाल अपनाउण वल देख रहा है। और क्लाइमेट ट्रेंड्स की डायरैक्टर का कहना है कि पिछली बार वांग ट्रंप की जलवायु नीति सकारात्मक तब्दीलियां दे विच रुकावट बन सकती है। इत्थे मैं साफ शब्दां च कह दियां कि जलवायु के मामले विच अमरीका भी दोषी है कि वातावरण दे विच आलूदगी पैदा करनी, प्रदूषण पैदा करना, जदों कि अमरीका जिहड़ा आ वो सारे मुल्कां ते नज़ला झाड़ दिंदा। खास तौर पर जिहड़े हुण वो तां हैगे तरक्की वाले मुल्क ते असीं उन्हां मुल्कां च जिहड़े हजे विकास दे राहां दे उत्ते पए होए आ, विकास कर रहे आ ते वो सारा जिहड़ा आ साडे इत्थे कूड़ा, गंदगी, ट्रैफिक, प्रदूषण, धुआं, कचरा और होर पता नहीं की कुछ, पटाखे भी विच तुसीं लै सकदे हो, उद्योग भी विच तुसीं लै सकदे हो, होर कूड़ा कचरा तुसीं लै सकदे हो, कचरा जापान वर्गे मुल्कां दा तुसीं लै सकदे हो, चाइना वर्गे मुल्कां दा लै सकदे हो। यानी कि वो सारा भांडा भन दिंदा है। जदों कि अमरीका भी तां उन्ना ही दोषी है और जलवायु नीतियां दे विच उहनूं खड़ना चाहिए। तो जदों आपदियां वो परमाणु बंब बनाउंदा, परमाणु भट्ठियां उत्थे बलदियां ने जां उत्थे होर बहुत सारा कुछ इदां दी इंडस्ट्रियां ने अमरीका दे विच, उहदे जरिए पूरे विश्व के वातावरण दे विच किड्डा वड्डा खलारा पैंदा आ, किन्ना वड्डा उहदे विच नुकसान हुंदा। पर अमरीका उस नीति तो पिछे हट जांदा कि मेरे ते उत्ते कोई भांडा ना भन्निया जावे, बाकी मुल्कां ते असीं भन्न दईए ते ओह वक्खरी गल है। ये अमरीका की नीति हुण तक रही है। सो खास तौर के उत्ते अपने पिछले कार्यकाल दौरान ट्रंप ने भारत नाल व्यापारक असंतुलन नूं लैके नाराज़गी जाहिर की सी ते कई भारतीय उत्पादां ते टैरिफ भी लगाया सी। उसकी सुरक्षावादी नीतियां एक बार फिर भारत के निर्यात और
ਆਰਥਿਕ ਹਿੱਤਾਂ ਦੇ ਲਈ ਚੁਣੌਤੀਆਂ ਬਣ ਸਕਦੀਆਂ ਨੇ। ਔਰ ਦੂਸਰੇ ਪਾਸੇ ਟੇਰੀ ਦੇ ਡਿਸਟ੍ਰੀਗੁਇਸਡ ਫੈਲੋ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਮਜ਼ਬੂਤ ਆਰਥਿਕ ਸੰਬੰਧ ਨੇ, ਪਰ ਵਪਾਰ ਤੇ ਟਰੰਪ ਦਾ ਸੁਰੱਖਿਆਵਾਦੀ ਰੁਖ ਭਾਰਤ ਲਈ ਚੁਣੌਤੀਪੂਰਨ ਹੋ ਸਕਦਾ ਹੈ। ਹਾਲਾਂਕਿ ਊਰਜਾ ਤੇ ਤਕਨਾਲੋਜੀ ਸਹਿਯੋਗ ਵਰਗੇ ਖੇਤਰਾਂ ਵਿੱਚ ਮੌਕੇ ਵੀ ਨੇ ਜਿਸ ਦਾ ਭਾਰਤ ਨੂੰ ਲਾਭ ਲੈਣਾ ਚਾਹੀਦਾ ਹੈ। ਦੂਸਰੇ ਪਾਸੇ ਟਰੰਪ ਪ੍ਰਸ਼ਾਸਨ ਦੀ ਸਖਤ ਚੀਨੀ ਨੀਤੀ ਨੇ ਭਾਰਤ ਪ੍ਰਸ਼ਾਂਤ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਦੂਜਾ ਕਾਰਜਕਾਲ ਇਸ ਖੇਤਰ ਵਿੱਚ ਭਾਰਤ ਅਮਰੀਕਾ ਸਹਿਯੋਗ ਲਈ ਫਾਇਦੇਮੰਦ ਹੋ ਸਕਦਾ ਹੈ, ਕਿਉਂਕਿ ਸਾਨੂੰ ਚੀਨ ਤੋਂ ਵੀ ਖਤਰਾ ਆ। ਇਸ ਕਰਕੇ ਜੇ ਅਮਰੀਕਾ ਸਾਡੇ ਨਾਲ ਇਹ ਭਾਰਤ ਪ੍ਰਸ਼ਾਂਤ ਸਾਗਰ ਮਾਮਲੇ ਵਿੱਚ ਖੜੋਂਦਾ ਆ ਤੇ ਇਹਦੇ ਲਈ ਸਾਨੂੰ ਫਾਇਦਾ ਹੋ ਸਕਦਾ ਹੈ। ਫਾਸਲ ਫਿਊਲ ਨਾਨ ਪ੍ਰੋਲੀਫਰੇਸ਼ਨ ਟ੍ਰੀਟਮੈਂਟ ਇਨੀਸ਼ੀਏਟਿਵ ਦੇ ਗਲੋਬਲ ਐਗਜ਼ੈਕਟਿਵ ਡਾਇਰੈਕਟਰ ਹਰਜੀਤ ਸਿੰਘ ਕਹਿੰਦੇ ਨੇ ਕਿ ਚੀਨ ਦਾ ਵੱਧਦਾ ਪ੍ਰਭਾਵ ਭਾਰਤ ਅਤੇ ਅਮਰੀਕਾ ਦੋਨਾਂ ਲਈ ਮਹੱਤਵਪੂਰਨ ਮੁੱਦਾ ਆ। ਟਰੰਪ ਦੀ ਅਗਵਾਈ ਵਿੱਚ ਇੰਡੋ ਪੈਸੀਫਿਕ ਵਿੱਚ ਸੁਰੱਖਿਆ ਸਹਿਯੋਗ ਵੱਧ ਸਕਦਾ ਹੈ ਜਿਸ ਦਾ ਭਾਰਤ ਨੂੰ ਰਣਨੀਤਿਕ ਜਿਹੜਾ ਫਾਇਦਾ ਆ ਉਹ ਹੋ ਸਕਦਾ ਆ। ਔਰ ਡੋਨਾਲਡ ਟਰੰਪ ਦੀ ਵਾਪਸੀ ਭਾਰਤ ਲਈ ਕਈ ਤਰੀਕਿਆਂ ਨਾਲ ਚੁਣੌਤੀਆਂ ਤੇ ਮੌਕੇ ਦੋਵੇਂ ਲੈ ਕੇ ਆ ਸਕਦੀ ਹੈ। ਜਲਵਾਯੂ ਵਿੱਤ ਅਤੇ ਤਕਨਾਲੋਜੀ ਭਾਈਵਾਲੀ ਵਿੱਚ ਕਟੌਤੀ ਦੇ ਬਾਵਜੂਦ ਭਾਰਤ ਨੂੰ ਆਪਣੀ ਸਵੱਛ ਊਰਜਾ ਟੀਚਿਆਂ ਦਾ ਪਿੱਛਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਭਾਰਤ ਪ੍ਰਸ਼ਾਂਤ ਵਿੱਚ ਚੀਨ ਨੂੰ ਸੰਤੁਲਿਤ ਕਰਨ ਲਈ ਵੀ ਰੱਖਿਆ ਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਾ ਵੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵਾਂ ਆਯਾਮ ਦੇ ਸਕਦਾ ਹੈ। ਮਾਹਰਾਂ ਦੀ ਰਾਏ ਤੋਂ ਇਹ ਸਪਸ਼ਟ ਹੈ ਕਿ ਟਰੰਪ ਦੀ ਜਿੱਤ ਭਾਰਤ ਨੂੰ ਰਣਨੀਤਿਕ ਧੀਰਜ ਅਤੇ ਕੂਟਨੀਤਿਕ ਸੰਤੁਲਨ ਬਣਾਈ ਰੱਖਣ ਦੀ ਲੋੜ ਉੱਤੇ ਜ਼ੋਰ ਦਿੰਦੀ ਹੈ ਤਾਂ ਜੋ ਉਹ ਬਿਨਾਂ ਬਦਲਦੇ ਹਾਲਾਤਾਂ ਵਿੱਚ ਆਪਣੀਆਂ ਤਰਜੀਹਾਂ ਨੂੰ ਪ੍ਰਾਪਤ ਕਰ ਸਕੇ। ਹੁਣ ਦੂਜੇ ਪਾਸੇ ਇੱਕ ਹੋਰ ਵੀ ਇੱਥੇ ਗੱਲ ਜੁੜਦੀ ਹੈ ਕਿ ਟਰੰਪ ਦੇ ਅਮਰੀਕਾ ਫਸਟ ਏਜੰਡੇ ਨਾਲ ਭਾਰਤੀ ਬਰਾਮਦਕਾਰਾਂ ਨੂੰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਿਰ ਸੱਤਾ ਵਿੱਚ ਆਉਣ ਦੀ ਸੰਭਾਵਨਾ 'ਚ ਭਾਰਤੀ ਬਰਾਮਦਕਾਰਾਂ ਨੂੰ ਉਹਨਾਂ ਦੇ ਅਮਰੀਕਾ ਫਸਟ ਏਜੰਡੇ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਮਾਹਰਾਂ ਅਨੁਸਾਰ ਟਰੰਪ ਪ੍ਰਸ਼ਾਸਨ ਜੇਕਰ ਇਸ ਨੀਤੀ ਨੂੰ ਲਾਗੂ ਕਰਦਾ ਹੈ ਤਾਂ ਭਾਰਤੀ ਉਤਪਾਦਾਂ ਜਿਵੇਂ ਕਿ ਵਾਹਨ, ਕੱਪੜਾ ਅਤੇ ਫਾਰਮਾ ਸਮਾਨ ਦੇ ਉੱਚ ਡਿਊਟੀ ਲਗਾਈ ਜਾ ਸਕਦੀ ਹੈ ਜਿਸ ਨਾਲ ਭਾਰਤੀ ਬਰਾਮਦਕਾਰਾਂ ਲਈ ਮੁਕਾਬਲੇਬਾਜ਼ੀ ਵੱਧ ਸਕਦੀ ਹੈ ਅਤੇ ਮਾਲੀਏ ਦੇ ਉੱਤੇ ਅਸਰ ਪੈ ਸਕਦਾ ਹੈ। ਹੁਣ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਲਈ ਅਮਰੀਕਾ ਨੂੰ ਵਪਾਰਕ ਨਜ਼ਰ ਤੋਂ ਜ਼ਿਆਦਾ ਸੁਤੰਤਰ ਬਣਾਉਣਾ ਪਹਿਲ ਹੋਵੇਗੀ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ GRI ਦੇ ਸੰਸਥਾਪਕ ਕਹਿੰਦੇ ਨੇ ਕਿ ਭਾਰਤ ਨੂੰ ਟੈਰਿਫ ਕਿੰਗ ਅਤੇ ਵੱਡਾ ਡਿਊਟੀ ਦੁਰਉਪਯੋਗਤਾ ਕਰਾਰ ਦੇ ਚੁੱਕੇ ਨੇ ਤੇ ਉਹਨਾਂ ਦੇ ਦੁਬਾਰਾ ਰਾਸ਼ਟਰਪਤੀ ਬਣ ਤੇ ਭਾਰਤੀ ਵਸਤਾਂ ਤੇ ਡਿਊਟੀ ਵਧਾਏ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਭਾਰਤ ਦੀਆਂ ਸੂਚਨਾ ਤਕਨੀਕੀ ਕੰਪਨੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਟਰੰਪ ਵੱਲੋਂ H-1B ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਜਾ ਸਕਦਾ ਹੈ ਜਿਸ ਨਾਲ ਭਾਰਤੀ IT ਖੇਤਰ ਦੀ ਲਾਗਤ 'ਚ ਵਾਧਾ ਹੋ ਸਕਦਾ ਹੈ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ ਤੇ ਭਾਰਤ IT ਬਰਾਮਦ ਦਾ 80% ਤੋਂ ਜ਼ਿਆਦਾ ਅਮਰੀਕਾ ਤੋਂ ਆਉਂਦਾ ਹੈ। ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਦਾ ਅਮਰੀਕਾ ਤੋਂ ਫਿਰ ਤੋਂ ਮਹਾਨ ਬਣਾਓ ਏਜੰਡਾ ਕੌਮਾਂਤਰੀ ਵਪਾਰ 'ਚ ਜ਼ਿਆਦਾ ਸਰਪ੍ਰਸਤੀ ਲਿਆ ਸਕਦਾ ਹੈ ਤੇ ਇੱਕ ਅੰਤਰਰਾਸ਼ਟਰੀ ਵਪਾਰ ਮਾਹਰ ਕਹਿੰਦੇ ਨੇ ਕਿ ਇਸ ਨੀਤੀ ਨਾਲ ਭਾਰਤੀ ਬਰਾਮਦਕਾਰਾਂ 'ਤੇ ਨਕਾਰਾਤਮਕ ਪ੍ਰਭਾਵ ਵੀ ਪੈ ਸਕਦਾ ਹੈ ਤੇ ਵਿਸ਼ੇਸ਼ ਰੂਪ ਨਾਲ ਇਲੈਕਟ੍ਰੋਨਿਕਸ ਵਰਗੇ ਖੇਤਰਾਂ 'ਚ ਡਿਊਟੀ ਵਧਣ ਦੀ ਸੰਭਾਵਨਾ, ਯਾਨੀ ਕੁਝ ਚੀਜ਼ਾਂ ਹੋਰ ਮਹਿੰਗੀਆਂ ਹੋ ਸਕਦੀਆਂ ਨੇ ਜਿਹੜੀਆਂ ਇਲੈਕਟ੍ਰੋਨਿਕਸ ਨੇ। ਤੋ ਇਸ ਤੋਂ ਇਲਾਵਾ ਇੱਕ ਹੋਰ ਵੀ ਹੈ ਕਿ ਚੁਣੌਤੀ ਭਰਪੂਰ ਜਿਹੜੀ ਗੱਲ ਹੋਏਗੀ ਉਹ ਹੈਗੀ ਆ ਕਾਰੋਬਾਰ ਦੇ ਵਿੱਚ, ਜਦੋਂ ਕਿ ਕੁਝ ਖੇਤਰਾਂ ਦੇ ਵਿੱਚ ਨਵੇਂ ਮੌਕੇ ਵੀ ਪੈਦਾ ਹੋ ਸਕਦੇ ਨੇ। ਫਿਲਹਾਲ ਦੇਖਦੇ ਹਾਂ ਕਿ ਹੁਣ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਕੀ ਹੋਰ ਨੀਤੀਆਂ ਲੈ ਕੇ ਆਉਂਦੇ ਨੇ। ਪਰ ਦੂਜੇ ਪਾਸੇ ਕਮਲਾ ਹੈਰਿਸ ਨੇ ਅਮਰੀਕਾ ਦੇ ਵਿੱਚ ਆਪਣੀ ਹਾਰ ਕਬੂਲ ਕੀਤੀ ਹੈ। ਬੇਸ਼ੱਕ ਕਿ ਉਸ ਦੇ ਜਿਹੜੇ ਸਮਰਥਕ ਸੀਗੇ ਉਹ ਰੋਂਦੇ ਦੇਖੇ ਗਏ ਨੇ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਵੋਟਰਾਂ ਵੱਲੋਂ ਵਿਆਪਕ ਤੌਰ 'ਤੇ ਨਕਾਰੇ ਜਾਣ ਤੋਂ ਬਾਅਦ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਆਪਣੀ ਹਾਰ ਸਵੀਕਾਰ ਕਰ ਲਈ। ਉਹਨਾਂ ਨੇ ਆਪਣੇ ਸਮਰਥਕਾਂ ਨੂੰ ਦੇਸ਼ ਲਈ, ਆਪਣੇ ਵਿਜ਼ਨ ਲਈ ਲੜਦੇ ਰਹਿਣ ਲਈ ਵੀ ਪ੍ਰੇਰਿਤ ਕੀਤਾ ਹੈ। ਡੈਮੋਕ੍ਰੈਟਿਕ ਮੀਤ ਪ੍ਰਧਾਨ ਨੇ ਕਿਹਾ ਹੈ ਕਿ ਲੜਾਈ ਪੋਲਿੰਗ ਬੂਥਾਂ, ਅਦਾਲਤਾਂ ਤੇ ਜਨਤਕ ਥਾਵਾਂ 'ਤੇ ਜਾਰੀ ਰਹੇਗੀ। ਉਹਨਾਂ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਕਿਹਾ ਕਿ ਕਈ ਵਾਰੀ ਲੜਾਈ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਜਿੱਤ ਨਹੀਂ ਸਕਾਂਗੇ। ਹੈਰਿਸ ਦੀ ਨਿਰਣਾਇਕ ਹਾਰ ਨੇ ਉਮੀਦਾਂ ਨੂੰ ਤੋੜ ਦਿੱਤਾ ਹੈ ਕਿ ਉਹ ਡੈਮੋਕ੍ਰੇਟਸ ਦੇ ਮੌਕੇ ਤੋਂ ਬਚ ਸਕਦੀ ਹੈ ਤੇ ਬਾਈਡਨ ਦੀ ਥਾਂ ਲੈ ਸਕਦੀ ਹੈ। ਉਹ ਹਰ ਜੰਗ ਦੇ ਮੈਦਾਨ ਵਿੱਚ ਟਰੰਪ ਦੇ ਪਿੱਛਾ ਰਹੀ ਜਿੱਥੇ ਉਹਨਾਂ ਨੇ ਰਿਪਬਲਿਕਨ ਨੂੰ ਦੇਸ਼ ਦੀਆਂ ਬੁਨਿਆਦੀ ਸੰਸਥਾਵਾਂ ਲਈ ਇੱਕ ਹੋਣ ਦਾ ਖਤਰਾ ਦੱਸਿਆ। ਦੂਜੇ ਪਾਸੇ ਟਰੰਪ ਬਾਰੇ ਉਹਨਾਂ ਦੀਆਂ ਸਖਤ ਚੇਤਾਵਨੀਆਂ ਦੇ ਬਾਵਜੂਦ
ਹੈਰਿਸ ਨੇ ਬੁੱਧਵਾਰ ਨੂੰ ਆਸ਼ਾਵਾਦੀ ਜ਼ਾਹਿਰ ਕੀਤਾ। ਉਹਨਾਂ ਦੇ ਸਮਰਥਕਾਂ ਨੇ ਕਿਹਾ ਕਿ ਉਦਾਸ ਅਤੇ ਨਿਰਾਸ਼ ਮਹਿਸੂਸ ਕਰਨਾ ਠੀਕ ਹੈ, ਪਰ ਜਾਣੋ ਸਭ ਕੁਝ ਠੀਕ ਹੋ ਜਾਵੇਗਾ। ਉਹਨਾਂ ਦੇ ਭਾਸ਼ਣ ਦੌਰਾਨ ਕੁਝ ਸਮਰਥਕ ਰੋਂਦੇ ਵੇਖੇ ਗਏ ਨੇ। ਬਾਈਡਨ ਨੇ ਆਪਣੇ ਭਾਸ਼ਣ ਤੋਂ ਬਾਅਦ ਹੈਰਿਸ ਦੀ ਪ੍ਰਸ਼ੰਸਾ ਕਰਦੇ ਹੋਏ ਬਿਆਨ ਜਾਰੀ ਕੀਤਾ, ਜਿਸ 'ਚ ਕਿਹਾ ਗਿਆ ਕਿ ਉਹ ਉਦੇਸ਼, ਦ੍ਰਿੜਤਾ ਅਤੇ ਖੁਸ਼ੀ ਨਾਲ ਲੜਦੇ ਰਹਿਣਗੇ। ਉਹ ਸਾਰੇ ਅਮਰੀਕੀਆਂ ਲਈ ਚੈਂਪੀਅਨ ਬਣੀ ਰਹੇਗੀ। ਸਭ ਤੋਂ ਵੱਧ ਉਹ ਇੱਕ ਨੇਤਾ ਬਣੇ ਰਹਿਣਗੇ ਜੋ ਸਾਡੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਰੋਲ ਮਾਡਲ ਵਜੋਂ ਦੇਖਣਗੇ, ਕਿਉਂਕਿ ਉਹ ਅਮਰੀਕਾ ਦੇ ਭਵਿੱਖ 'ਤੇ ਆਪਣੀ ਮੋਹਰ ਲਗਾਉਂਦੀ ਹੈ।